ਵਾਹਿਗੁਰੂ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ। ਨੀਕੋ ਠਾਕੁਰ ਦਿਸਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੱਠਵੇਂ ਪਾਤਸ਼ਾਹ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਵਿਖੇ ਅਤੇ ਘਰਾਂ ਵਿੱਚ ਬੈਠ ਕੇ ਸਰਵਣ ਕਰ ਰਹੀ ਸਮੁੱਚੀ ਗੁਰੂ ਪਿਆਰੀ ਸਾਧ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਦਰ ਤੇ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲੜੀਵਾਰ ਕਥਾ ਚੱਲ ਰਹੀ ਹੈ, ਆਪ ਜੀ ਨੇ ਮੂਲ ਪਾਠ ਗੁਰੂ ਸਵਾਰਿਆਂ ਦੀ ਰਸਨਾ ਤੋਂ ਸਰਵਣ ਕੀਤਾ ਹੈ। ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 194 ਤੇ ਸੁਭਾਇਮਾਨ ਹੈ। ਗੌੜੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਪਾਵਨ ਪਵਿੱਤਰ ਰਚਨਾ ਹੈ। ਸਤਿਗੁਰੂ ਜੀ ਨੇ ਜੋ ਇਸ ਪਾਵਨ ਸ਼ਬਦ ਵਿੱਚ ਮਨੁੱਖਤਾ ਨੂੰ ਸਮਝਾਇਆ, ਆਓ ਉਸ ਵਿਚਾਰ ਦੇ ਨਾਲ ਆਪਣਾ ਮਨ ਜੋੜੀਏ। ਸਾਰੀ ਸੰਗਤ ਪਿਆਰ ਸਤਿਕਾਰ ਨਾਲ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰੇ ਕਰੋ ਕਿਰਪਾ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ। ਧੰਨਵਾਦ। ਸ਼ਬਦ ਦਾ ਕੇਂਦਰੀ ਭਾਵ ਰਹਾਉ ਵਾਲੇ ਬੰਦ ਵਿੱਚ ਹੁੰਦਾ ਹੈ। ਇਸ ਕਰਕੇ ਆਪਾਂ ਪਹਿਲਾਂ ਰਹਾਉ ਵਾਲੇ ਬੰਦ ਦੀ ਵਿਚਾਰ ਕਰਦੇ ਹਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ, ਰਾਮ ਰਮੈ ਸੋਈ ਰਾਮਾਣਾ, ਜਲ ਥਲ ਮਹੀਲ ਏਕ ਸਮਾਣਾ। ਰਾਮ ਭਾਵ ਪਰਮਾਤਮਾ ਵਾਹਿਗੁਰੂ, ਰਮੈ ਜੋ ਸਿਮਰਨ ਕਰਦਾ ਹੈ, ਸੋਈ ਉਹ ਰਾਮਾਣਾ ਉਹ ਰਾਮ ਦਾ ਭਗਤ ਹੈ। ਪਰਮਾਤਮਾ ਦਾ ਭਗਤ ਕੌਣ ਹੈ? ਵਾਹਿਗੁਰੂ ਦਾ ਸੇਵਕ ਕੌਣ ਹੈ? ਜਿਹੜਾ ਅੰਦਰੋਂ ਜੁੜ ਕੇ ਪਰਮਾਤਮਾ ਦਾ ਸਿਮਰਨ ਕਰਦਾ, ਜਿਹੜਾ ਅੰਦਰੋਂ ਜੁੜ ਕੇ ਜਪਦਾ ਹੈ ਵਾਹਿਗੁਰੂ 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 ਵਾਹਿਗੁਰੂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ ਰਾਮ ਦੇ ਭਗਤ ਦੀ ਗੱਲ, ਪਰਮਾਤਮਾ ਦੇ
ਸੇਵਕ ਦੀ ਗੱਲ ਸਮਝਾ ਰਹੇ ਨੇ ਕਿ ਸੇਵਕ ਕੌਣ ਹੈ ਜਿਹੜਾ ਅੰਦਰੋਂ ਜੁੜ ਕੇ ਪ੍ਰਮਾਤਮਾ ਨੂੰ ਸਿਮਰਦਾ। ਗੁਰੂ ਰਾਮਦਾਸ ਜੀ ਨੇ ਵੀ ਸਮਝਾਇਆ ਕਿ ਗੁਰ ਸਤਿਗੁਰ ਕਾਜੋ ਸਿੱਖ ਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਇਹ ਸਿੱਖ ਦੀ ਵੀ ਪਰਿਭਾਸ਼ਾ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਜਪੇ। ਸੰਗਤ ਜੀ, ਅੱਜ ਮੇਰੇ ਪਾਤਸ਼ਾਹ ਜੀ ਰਹਾਉ ਵਾਲੇ ਬੰਦ ਵਿੱਚ ਸਮਝਾ ਰਹੇ ਨੇ, ਜਦੋਂ ਅਸੀਂ ਸਿਮਰਨ ਕਰਾਂਗੇ, ਵਾਹਿਗੁਰੂ ਨੂੰ ਜਪਾਂਗੇ, ਉਹਦੇ ਨਾਲ ਸਾਡੀ ਦ੍ਰਿਸ਼ਟੀ ਕਿਹੜੀ ਬਣੇਗੀ? ਜਲ ਥਲ ਮਹੀਲ ਏਕ ਸਮਾਣਾ। ਸਾਨੂੰ ਜਲ ਵਿੱਚ, ਥਲ ਵਿੱਚ, ਆਕਾਸ਼ ਵਿੱਚ ਇੱਕ ਪਰਮਾਤਮਾ ਸਮਾਇਆ ਹੋਇਆ ਦਿਖਾਈ ਦੇਵੇਗਾ। ਹਰ ਥਾਂ ਤੇ ਪਰਮਾਤਮਾ ਦਾ ਰੂਪ ਦਿਖਾਈ ਦੇਵੇਗਾ। ਇਹ ਦ੍ਰਿਸ਼ਟੀ ਬਣ ਜਾਵੇਗੀ ਕਿ ਜਲੇ ਹਰੀ ਥਲੇ ਹਰੀ, ਉਰੇ ਹਰੀ ਬਨੇ ਹਰੀ, ਗਿਰੇ ਹਰੀ ਗੁਫੇ ਹਰੀ, ਛਿਤੇ ਹਰੀ ਨਭੇ ਹਰੀ, ਈਹਾਂ ਹਰੀ ਊਹਾਂ ਹਰੀ, ਜਿਮੀ ਹਰੀ ਜਮਾ ਹਰੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜੀ ਲੰਬੀ ਵਿਆਖਿਆ ਕਰਨ ਤੋਂ ਬਾਅਦ ਸਮਝਾਇਆ ਕਿ ਇਹ ਦ੍ਰਿਸ਼ਟੀ ਬਣ ਜਾਂਦੀ ਹੈ ਤੁਹੀਂ ਤੁਹੀਂ, ਤੁਹੀਂ ਤੁਹੀਂ, ਤੁਹੀਂ ਤੁਹੀਂ, ਤੁਹੀਂ ਤੁਹੀਂ, ਤੁਹੀਂ ਤੁਹੀਂ, ਤੁਹੀਂ ਤੁਹੀਂ। ਅਕਾਲ ਉਸਤਤ ਦੀ ਬਾਣੀ ਵਿੱਚ ਸਤਿਗੁਰੂ ਜੀ ਨੇ 16 ਵਾਰ ਲਿਖਿਆ ਜੀ, 16 ਵਾਰ। ਵਿਦਵਾਨ ਕਹਿੰਦੇ ਸਤਿਗੁਰੂ ਜੀ ਨੇ 16,000 ਵਾਰ ਉਚਾਰਨ ਕੀਤਾ ਤੁਹੀਂ ਤੁਹੀਂ, ਤੁਹੀਂ ਤੁਹੀਂ। ਇਹ ਦ੍ਰਿਸ਼ਟੀ ਕਦੋਂ ਬਣਦੀ ਹੈ? ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਨੇ, ਜਦੋਂ ਅਸੀਂ ਪਰਮਾਤਮਾ ਦਾ ਸਿਮਰਨ ਕਰਦੇ ਹਾਂ। ਸੰਗਤ ਜੀ, ਉਦੋਂ ਫਿਰ ਅਨੁਭਵ ਹੁੰਦਾ ਹੈ ਕਿ ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਧਰਨ ਮਾਹੇ ਆਕਾਸ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਨ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਉਦੋਂ ਦਿਖਾਈ ਦਿੰਦਾ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਅਨੁਭਵ ਹੁੰਦਾ ਕਿ ਜਿਮੀ ਜਮਾਨ ਕੀ ਵਿਖੈ, ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਬਾੜ ਘਾਟ ਹੋਤ ਹੈ। ਸਤਿਗੁਰੂ ਜੀ ਹਰ ਪਾਸੇ ਸਾਨੂੰ ਪਰਮਾਤਮਾ ਦਾ ਰੂਪ ਦਿਖਾਈ ਦਿੰਦੇ ਨੇ। ਬਾਣੀ ਤੋਂ ਇਹ ਸਿੱਖਿਆ ਮਿਲਦੀ ਹੈ। ਪਰ ਸੰਗਤ ਜੀ, ਸੰਸਾਰ ਦੇ ਵਿੱਚ ਲੋਕ ਧਾਰਮਿਕ ਕਰਮ ਤੇ ਕੁਛ ਕਰਦੇ ਨੇ, ਪਰ ਵਿਖਾਵਾ ਕੁਛ ਕਰਦੇ ਨੇ। ਇਸ ਸ਼ਬਦ ਵਿੱਚ ਸਤਿਗੁਰੂ ਜੀ ਨੇ ਉਹਨਾਂ ਦਾ ਜ਼ਿਕਰ ਕੀਤਾ ਕਿ ਧਰਮ ਸਥਾਨਾਂ ਤੇ ਬੈਠੇ ਆ, ਪਰ ਅਡੰਬਰ ਕਰ ਰਹੇ ਨੇ, ਵਿਖਾਵਾ ਕਰ ਰਹੇ ਨੇ। ਅੰਦਰ ਦਾ ਜੀਵਨ ਕੁਝ ਹੋਰ ਹੈ, ਬਾਹਰ ਦਾ ਜੀਵਨ ਲੋਕਾਂ ਨੂੰ ਵਿਖਾਉਣ ਵਾਸਤੇ, ਪ੍ਰਭਾਵਿਤ ਕਰਨ ਵਾਸਤੇ ਕੁਝ ਹੋਰ ਬਣਾਇਆ ਹੈ। ਜੋ ਮੇਰੇ ਪਾਤਸ਼ਾਹ ਜੀ ਨੇ ਅੱਜ ਦੇ ਸ਼ਬਦ ਵਿੱਚ ਸਮਝਾਇਆ, ਸਾਰੇ ਆਓ ਉਸ ਸ਼ਬਦ ਦੀ ਵਿਚਾਰ ਦੇ ਨਾਲ ਆਪਣਾ ਅੰਤਰ ਆਤਮੇ ਤੋਂ ਜੁੜੀਏ ਤੇ ਸਾਰੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਸਾਹਿਬ ਜੀ, ਸਤਨਾਮ ਸ੍ਰੀ। ਗੁਰੂ ਅਰਜਨ ਸਾਹਿਬ ਜੀ ਸ਼ਬਦ ਦੀ ਆਰੰਭਤਾ ਵਿੱਚ ਸਮਝਾਉਂਦੇ, ਕਰੈ ਦੋਹ ਕਰਮ ਦਿਖਾਵੈ ਹੋਰ। ਦੋ ਕਰਮ ਹੁੰਦਾ ਜੀ, ਦੁਸ਼ ਕਰਮ, ਮਾੜਾ ਕਰਮ, ਭੈੜਾ ਕਰਮ। ਕਰਦਾ ਤੇ ਭੈੜਾ ਕਰਮ ਹੈ, ਦੁਸ਼ ਕਰਮ ਹੈ, ਪਰ ਲੋਕਾਈ ਨੂੰ, ਮਨੁੱਖਤਾ ਨੂੰ ਆਪਣਾ ਆਪ ਕੁਝ ਹੋਰ ਵਿਖਾਉਂਦਾ ਕਿ ਮੈਂ ਸੱਜਣ ਹਾਂ, ਮੈਂ ਭਲਾ ਮਾਨਸ ਹਾਂ, ਮੈਂ ਸ਼ਰੀਫ ਹਾਂ, ਮੈਂ ਧਰਮਾਤਮਾ ਹਾਂ। ਅੰਦਰ ਪਾਪ ਚੱਲਦੇ ਆ, ਪਰ ਲੋਕਾਈ ਨੂੰ ਕੁਝ ਹੋਰ ਦਿਖਾਉਂਦਾ। ਗੁਰੂ ਅਰਜਨ ਦੇਵ ਮਹਾਰਾਜ ਤੋਂ ਸਦਕੇ ਜਾਈਏ, ਸਾਰੀ ਬਾਣੀ ਤੋਂ ਸਦਕੇ ਜਾਈਏ, ਸਾਡੇ ਜੀਵਨ ਨੂੰ ਸਵਾਰਨ ਵਾਲੀ ਬਾਣੀ।
ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਸ਼ਬਦ, ਇੱਕ ਇੱਕ ਅੱਖਰ ਸਾਡਾ ਜੀਵਨ ਸਵਾਰਦਾ ਹੈ, ਜੀਵਨ ਬਦਲਦਾ ਹੈ। ਮੈਨੂੰ ਯਾਦ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਮਨਾਇਆ ਤੇ ਸੰਗਤ ਜੀ ਇੱਥੇ ਦਿੱਲੀ ਵਿੱਚ ਸਰਬ ਧਰਮ ਸੰਮੇਲਨ ਕਰਾਇਆ। ਵੱਖ-ਵੱਖ ਧਰਮਾਂ ਦੇ ਮੁਖੀ ਬੋਲ ਰਹੇ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਬਾਰੇ। ਉਹਦੇ ਵਿੱਚੋਂ ਇੱਕ ਲੋਕੇਸ਼ ਮੁਨੀ ਜੈਨ ਆਚਾਰੀਆ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਬਾਰੇ ਬੋਲੇ। ਧਿਆਨ ਨਾਲ ਸੁਣਿਓ। ਉਹ ਕਹਿੰਦੇ ਆ कि गुरु ग्रंथ साहब जी ने जो सबसे बड़ा काम किया है वो दृष्टि प्रदान करने का काम किया है। मैं की बोलिया जी? दृष्टि प्रदान करने का काम किया है। लोकेश मुनि जैनाचार्य कहते आपको आंख खोलने वाले हॉस्पिटल तो कई मिल जाएंगे संसार में, पर आंख को दृष्टि प्रदान करने वाला, आंख खोलने वाला ग्रंथ है कोई संसार में, तो मुझे कहने में कोई संकोच नहीं, वो गुरु ग्रंथ साहब है संसार में। संगत जी, सतगुरु जी साडियां अखां खोलदे आ, साडा अंदर दा अक्स जिहड़ा बाहरों असीं विखावा कुछ करदे आ, अंदरों कुछ करदे आ। गुरु ग्रंथ साहब जी कहंदे इस तरह गल नहीं बननी। रहत अवर कश अवर कमावत, मननी प्रीत मुखों गंढ लावत। काम तू कोई होर करदा है, विखावा कुछ होर करदा है। जाननहार प्रभु परबीन, बाहर भेख ना काहू भीन। प्रभु सारा कुछ जानदा है, बाहरले विखावियां ते प्रसन्न नहीं हुंदा। अवर उपदेसै आप ना करे, आवत जावत जन्मै मरै। होरनां नूं तूं उपदेश करदा है पर आप ਉਹਦੇ ਤੇ ਚੱਲਦਾ ਨਹੀਂ। ਸਤਿਗੁਰੂ ਜੀ ਨੇ ਉਪਦੇਸ਼ਕ ਨੂੰ ਵੀ, ਗਿਆਨੀ ਨੂੰ ਵੀ ਹੈ, ਭਾਵੇਂ ਗਿਆਨੀ ਹੈ, ਉਸ ਨੂੰ ਵੀ ਸਮਝਾਇਆ ਕਿ ਭਾਈ ਤੇਰਾ ਜੀਵਨ ਵਧੀਆ ਹੋਣਾ ਚਾਹੀਦਾ। ਕਰੈ ਦੁਹ ਕਰਮ ਦਿਖਾਵੈ ਹੋਰ। ਸੰਗਤ ਜੀ, ਸੱਜਣਾ ਲੋਕਾਂ ਨੂੰ ਭਲਾ ਬਣ ਕੇ ਵਿਖਾਉਂਦਾ ਸੀ। ਮੰਦਰ ਵੀ ਬਣਾਇਆ ਸੀ, ਮਸੀਤ ਵੀ ਬਣਾਈ ਸੀ, ਪਰ ਅੰਦਰ ਉਹਦੇ ਪਾਪ ਚੱਲਦੇ ਸਨ ਕਿ ਕਦੋਂ ਮਨੁੱਖ ਕੋਈ ਸੌਵੇਂ ਤੇ ਮੈਂ ਉਹਨੂੰ ਕਤਲ ਕਰਾਂ। ਇਹ ਤੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਤੋਂ ਸਦਕੇ ਜਾਈਏ। ਹਜੂਰ ਚੱਲ ਕੇ ਗਏ ਨੇ ਤੁਲੰਬੇ ਪਿੰਡ ਵਿੱਚ, ਜਿਹੜਾ ਅੱਜ ਪਾਕਿਸਤਾਨ ਵਿੱਚ ਰਹਿ ਗਿਆ। ਜਦੋਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਮਨ ਵਿੱਚ ਸੱਜਣ ਸੋਚਦਾ, ਪਹਿਲਾਂ ਮੈਂ ਲੋਕਾਂ ਨੂੰ ਕਤਲ ਕਰਦਾ ਸੀ, ਮਾਰਦਾ ਸੀ, ਥੋੜਾ ਧਨ ਮਿਲਦਾ ਸੀ, ਅੱਜ ਚੰਗਾ ਧਨ ਪ੍ਰਾਪਤ ਹੋਵੇਗਾ। ਕਰੇ ਦੋ ਕਰਮ ਦਿਖਾਵੇ ਹੋਰ। ਕੰਮ ਭੈੜੇ ਕਰਦਾ ਹੈ ਪਰ ਬਾਹਰੀ ਰੂਪ ਧਰਮੀਆਂ ਵਾਲਾ ਪਹਿਨਿਆ। ਲੋਕੀ ਕਹਿੰਦੇ ਸੱਜਣ, ਸ਼ੇਖ ਸੱਜਣ, ਧਰਮਾਤਮਾ, ਪੁੰਨੀ, ਪਤਾ ਨਹੀਂ ਕਿਹੜੇ ਕਿਹੜੇ ਤਖੱਲਸ ਦਿੰਦੇ ਆ। ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗਾ ਕਿ ਆਰਾਮ ਕਰੋ। ਪ੍ਰਸ਼ਾਦਾ ਵੀ ਛਕਾਇਆ, ਪਰ ਅੰਦਰ ਮਨਸ਼ਾ ਕੀ ਆ, ਅੰਦਰ ਦੀ ਭਾਵਨਾ ਕੀ ਆ? ਕਰੇ ਦੋ ਕਰਮ ਦਿਖਾਵੇ ਹੋਰ। ਅੰਦਰ ਭੈੜੇ ਕਰਮ ਚੱਲਦੇ ਆ, ਵਿਖਾਵਾ ਕੁਝ ਹੋਰ ਕਰਦਾ ਹੈ। ਸੰਗਤ ਜੀ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆਪਾਂ ਆਰਾਮ ਵੀ ਕਰਾਂਗੇ, ਪਰ ਪਹਿਲਾਂ ਪ੍ਰਭੂ ਦੀ ਸਿਫਤ ਕਰ ਲਈਏ, ਗੁਰਬਾਣੀ ਦਾ ਕੀਰਤਨ ਕਰ ਲਈਏ। ਇੱਕ ਸ਼ਬਦ ਦਾ ਕੀਰਤਨ ਹੋਇਆ ਤੁਲੰਬੇ ਦੀ ਧਰਤੀ ਤੇ, ਸੱਜਣ ਦੇ ਕੰਨਾਂ ਵਿੱਚ ਪਿਆ। ਉਹ ਅੱਜ ਦੇ ਸ਼ਬਦ ਦੀ ਕਹਿ ਲੋ ਵਿਆਖਿਆ ਹੀ ਹੈ ਕਿ ਉਜਲ ਕਹਿਹਾਂ ਚਿਲਕਣਾ, ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ। ਜੇ ਸੋ ਧੋਵਾਂ ਤਿਸ, ਸੱਜਣ ਸਈ ਨਾਲ ਮੈਂ, ਚੱਲਦਿਆਂ ਨਾਲ ਚਲਨ। ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਨ। ਸੱਜਣ ਵੇਖ ਕਹਿੰਦਾ ਭਾਂਡਾ ਬੜਾ ਲਿਸ਼ਕਦਾ, ਬੜਾ ਚਮਕਦਾ,
ਪਰ ਜੇਕਰ ਉਹਨੂੰ ਰਗੜੀਏ ਉਹਦੇ ਵਿੱਚੋਂ ਕਾਲਖ ਨਿਕਲਦੀ ਆ। ਵੇਖਣ ਨੂੰ ਤੇਰਾ ਜੀਵਨ ਬੜਾ ਚੰਗਾ ਧਰਮਾਤਮਾ ਹੈ, ਪਰ ਅੰਦਰ ਤੇ ਤੇਰੇ ਪਾਪ ਚੱਲਦੇ ਆ ਕਿ ਕਦੋਂ ਕੋਈ ਮਨੁੱਖ ਸੌਵੇਂ ਤੇ ਮੈਂ ਕਤਲ ਕਰਾਂ। ਸਾਰਾ ਜਦੋਂ ਸ਼ਬਦ ਸੁਣਿਆ ਸੱਜਣ ਨੇ, ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਢਹਿ ਪਿਆ, ਕਹਿਣ ਲੱਗਾ ਪਾਤਸ਼ਾਹ ਮੈਂ ਸਾਰੀ ਉਮਰ ਪਾਪ ਕਰਦਾ ਰਿਹਾ, ਮੈਂ ਸਾਰੀ ਉਮਰ ਦੁਸ਼ਕਰਮ ਕਰਦਾ ਰਿਹਾ, ਲੁਕਾਈ ਨੂੰ ਕੁਝ ਹੋਰ ਵਿਖਾਉਂਦਾ ਰਿਹਾ, ਅੰਦਰ ਮੇਰੇ ਕੁਝ ਹੋਰ ਚੱਲਦਾ ਸੀ, ਮੇਰਾ ਕਿਵੇਂ ਭਲਾ ਹੋਵੇਗਾ। ਗੁਰੂ ਨਾਨਕ ਸਾਹਿਬ ਜੀ ਨੇ ਪਰਉਪਕਾਰ ਕੀਤਾ, ਸੱਜਣ ਨੂੰ ਗੁਰੂ ਨਾਨਕ ਦੇ ਘਰ ਦਾ ਪ੍ਰਚਾਰਕ ਬਣਾ ਦਿੱਤਾ। ਕਰੇ ਦੋ ਕਰਮ ਦਿਖਾਵੇ ਹੋਰ। ਸੰਗਤ ਜੀ, ਮਨੁੱਖ ਕਰਮ ਕੁਝ ਹੋਰ ਕਰਦਾ ਤੇ ਵਿਖਾਵਾ ਕੁਝ ਹੋਰ ਕਰਦਾ। ਇਹ ਤੇ ਸਤਿਗੁਰ ਦੀ ਬਾਣੀ ਤੋਂ ਸਦਕੇ ਜਾਈਏ, ਸਾਡਾ ਇਲਾਜ ਕਰਦੇ ਨੇ ਵਿਖਾਵੇ ਦਾ, ਅਡੰਬਰ ਦਾ, ਧੋਖੇ ਦਾ, ਫਰੇਬ ਦਾ, ਛਲ ਦਾ, ਜਿਹੜੇ ਵੀ ਕਰਦੇ ਸਨ। ਗੁਰੂ ਨਾਨਕ ਸਾਹਿਬ ਨੇ ਇੰਨਾ ਭਰਮਣ ਕੀਤਾ, ਲੋਕਾਈ ਨੂੰ ਸਿੱਧੇ ਮਾਰਗ ਤੇ ਪਾਉਣ ਲਈ ਕੱਲਾ ਸੱਜਣ ਨੂੰ ਨਹੀਂ ਪਾਇਆ, ਕੌਡੀ ਨੂੰ ਪਾਇਆ, ਹਮਜਾ ਗੌਸ ਨੂੰ ਪਾਇਆ, ਨੂਰ ਸ਼ਾਹ ਜਾਦੂਗਰਨੀ ਨੂੰ ਪਾਇਆ। ਸਤਿਗੁਰੂ ਜੀ ਪਹਿਲੀ ਉਦਾਸੀ ਤੇ ਚੱਲਦਿਆਂ ਚੱਲਦਿਆਂ ਲੋਕਾਈ ਨੂੰ ਭਲਾ ਕਰਦਿਆਂ ਸਿੱਧੇ ਮਾਰਗ ਤੇ ਪਾਉਂਦਿਆਂ ਪਹੁੰਚੇ ਨੇ ਜਗਨਨਾਥਪੁਰੀ ਉੜੀਸਾ ਵਿੱਚ। ਸੰਗਤ ਜੀ, ਅੱਜ ਦੇ ਸ਼ਬਦ ਦੀ ਵਿਆਖਿਆ ਉੱਥੋਂ ਵੀ ਲੱਭਦੀ ਹੈ, ਜਗਨਨਾਥਪੁਰੀ ਦੇ ਵਿੱਚੋਂ। ਦੋ ਉੱਥੇ ਸਤਿਗੁਰੂ ਜੀ ਦੇ ਨਾਲ ਵੱਡੀਆਂ ਘਟਨਾਵਾਂ ਵਾਪਰੀਆਂ। ਪਹਿਲੀ ਤੇ ਆਰਤੀ ਵਾਲੀ ਆਪਾਂ ਸਾਰੇ ਜਾਣਦੇ ਹਾਂ ਕਿ ਸਤਿਗੁਰੂ ਜੀ ਨੇ ਕਿਹਾ ਕਿ ਆਹ ਸ਼ਬਦ ਪਰਮਾਤਮਾ ਦੀ ਆਰਤੀ ਹਮੇਸ਼ਾ ਲਈ ਹੋ ਰਹੀ ਹੈ। ਉਹ ਆਪਾਂ ਸ਼ਬਦ ਰੋਜ਼ ਪੜ੍ਹਦੇ ਹਾਂ ਕਿ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਦੂਸਰੀ ਘਟਨਾ ਪੁਰੀ ਦੀ, ਉੜੀਸਾ ਦੀ। ਇੱਕ ਪੰਡਤ ਜੀ ਬੈਠੇ ਆ ਸਮਾਧੀ ਲਾ ਕੇ, ਉਹਨਾਂ ਦੇ ਅਗਲੇ ਪਾਸੇ ਇੱਕ ਗੜਵਾ ਪਿਆ, ਕਰਵਾ ਪਿਆ, ਲੋਕੀ ਉਹਦੇ ਵਿੱਚ ਪੈਸੇ ਪਾਉਂਦੇ ਆ। ਪੰਡਤ ਜੀ ਨੇ ਅੱਖਾਂ ਬੰਦ ਕੀਤੀਆਂ ਤੇ ਬੰਦ ਕਰਕੇ ਕਹਿੰਦੇ ਮੈਨੂੰ ਤਰਲੋਕੀ ਦੇ ਦਰਸ਼ਨ ਹੋ ਰਹੇ ਆ, ਮੈਨੂੰ ਵਿਸ਼ਨੂੰ ਭਗਵਾਨ ਦੇ ਦਰਸ਼ਨ ਹੋ ਰਹੇ ਨੇ, ਸ਼ਿਵ ਜੀ ਦੇ ਦਰਸ਼ਨ ਹੋ ਰਹੇ ਨੇ, ਬ੍ਰਹਮਾ ਜੀ ਦੇ ਦਰਸ਼ਨ ਹੋ ਰਹੇ ਆ। ਤੇ ਕਦੀ ਕਦੀ ਅੱਖਾਂ ਖੋਲ ਲੈਂਦੇ ਆ ਕਿ ਗੜਵੇ ਵਿੱਚ ਲੋਕੀ ਪੈਸੇ ਪਾ ਰਹੇ ਆ ਕਿ ਨਹੀਂ ਪਾ ਰਹੇ। ਹਾਂਜੀ, ਕਰੇ ਦੋ ਕਰਮ ਦਿਖਾਵੇ ਹੋਰ। ਲੁਕਾਈ ਨੂੰ ਵਿਖਾਉਂਦੇ ਪਏ ਆ ਕਿ ਸਾਨੂੰ ਤਰਲੋਕੀ ਦੇ ਦਰਸ਼ਨ ਹੋ ਰਹੇ ਨੇ, ਵਿਸ਼ਨੂੰ ਭਗਵਾਨ ਦੇ ਦਰਸ਼ਨ ਹੋ ਰਹੇ ਨੇ, ਪਰ ਅੰਦਰ ਕਰਮ ਕੀ ਚੱਲਦਾ ਪਿਆ। ਗੁਰੂ ਨਾਨਕ ਸਾਹਿਬ ਜੀ ਨੇ ਭਲਾ ਕਰਨਾ ਸੀ ਉਸ ਪੰਡਤ ਦਾ। ਇਤਿਹਾਸ ਨੇ ਉਹਦਾ ਨਾਮ ਦੱਸਿਆ ਕਲਯੁਗ ਪੰਡਤ। ਗੁਰੂ ਨਾਨਕ ਦੇਵ ਮਹਾਰਾਜ ਜੀ ਸਹਿਜੇ ਜੇ ਉੱਠੇ, ਉਸਦਾ ਗੜਵਾ ਚੁੱਕ ਕੇ ਉਹਦੇ ਪਿਛਲੇ ਪਾਸੇ ਰੱਖ ਦਿੱਤਾ। ਸੰਗਤ ਜੀ, ਜਦੋਂ ਹੁਣ ਅੱਖਾਂ ਖੋਲੀਆਂ ਪੰਡਤ ਜੀ ਨੇ ਤੇ ਜਿਹੜਾ ਲੋਟਾ ਸੀ, ਗੜਵਾ ਸੀ, ਅਗਲੇ ਪਾਸੇ ਦਿਖਾਈ ਨਾ ਦਿੱਤਾ। ਕਹਿਣ ਲੱਗਾ ਕਿ ਸਾਧੂਆਂ ਕੇ ਸਾਥ ਮਸਕਰੀ ਕਰਨਾ ਠੀਕ ਨਹੀਂ ਹੈ। ਸਾਰੇ ਲੋਕ, ਸਾਰੀ ਪਬਲਿਕ ਸਮਝ ਗਈ ਕਿ ਜਿਹੜਾ ਕਹਿੰਦਾ ਸੀ ਮੈਨੂੰ ਤਰਲੋਕੀ ਦੇ ਦਰਸ਼ਨ ਹੋ ਰਹੇ ਆ, ਉਹਨੂੰ ਆਪਣੇ ਪਿਛਲੇ ਪਾਸੇ ਪਿਆ ਗੜਵਾ ਦਿਖਾਈ ਨਹੀਂ ਦਿੰਦਾ। ਕਰੇ ਦੋ ਕਰਮ ਦਿਖਾਵੇ ਹੋਰ। ਲੁਕਾਈ ਨੂੰ ਕੁਝ ਹੋਰ ਵਿਖਾਉਂਦਾ, ਅੰਦਰ ਕੁਝ ਹੋਰ ਚੱਲਦਾ ਪਿਆ। ਗੁਰੂ ਨਾਨਕ ਸਾਹਿਬ ਨੇ ਉਹਨਾਂ ਦਾ ਭਲਾ ਕਰਨਾ ਤੇ ਸਾਡਾ ਵੀ ਭਲਾ ਕਰਨਾ ਇੱਕ ਸ਼ਬਦ ਉਚਾਰਿਆ ਜਗਨਨਾਥਪੁਰੀ ਉੜੀਸਾ ਦੇ ਵਿੱਚ। ਤੇ ਸਤਿਗੁਰੂ ਜੀ ਨੇ ਸਮਝਾਇਆ, ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਢਬ। ਐ ਪੰਡਤ ਜੀ, ਇਹ ਸਮਾਂ ਨਹੀਂ ਹੈ ਕਿ ਆਪਾਂ ਵਿਖਾਵਾ ਕਰਦੇ ਜਾਈਏ। ਮਨੁੱਖਾ ਜਨਮ ਬੜਾ ਕੀਮਤੀ ਹੈ, ਪਤਾ ਨਹੀਂ ਕਿੰਨੇ ਜਨਮਾਂ ਤੋਂ ਬਾਅਦ ਮਿਲਿਆ। ਕਬੀਰ ਮਾਨਸ ਜਨਮ ਦੁਲੰਭ ਹੈ। ਇਹਨੂੰ ਵਿਖਾਵਾ ਕਰਕੇ, ਛਲ ਕਰਕੇ, ਫਰੇਬ ਕਰਕੇ, ਧੋਖਾ ਕਰਕੇ, ਦੁਸ਼ਕਰਮ ਕਰਕੇ ਵਿਅਰਥ ਨਾ ਗਵਾਓ ਪੰਡਤ ਜੀ। ਕਾਲ ਨਾਹੀ, ਜੋਗ ਨਾਹੀ, ਨਾਹੀ ਇਸ ਤਰ੍ਹਾਂ
ਪਰਮਾਤਮਾ ਮਿਲਦਾ ਹੈ। ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਢਬ, ਥਾ ਨਸ਼ਟ ਜਗ ਭ੍ਰਸ਼ਟ ਹੋਏ ਡੂਬਤਾ ਇਵ ਜਗ। ਕਲ ਮੈਂ RAM ਨਾਮ ਸਾਰ, ਅੱਖੀਂ ਤਾਂ ਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ। ਆ ਜਿਹੜੀਆਂ ਅੱਖਾਂ ਮੀਟੀਆਂ ਜਾਂਦੀਆਂ ਨੇ ਤੇ ਨੱਕ ਨੂੰ ਫੜਿਆ ਜਾਂਦਾ ਹੱਥ ਦੇ ਨਾਲ। ਅੱਖੀਂ ਤਾਂ ਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ। ਇਹ ਸੰਸਾਰ ਨੂੰ ਠੱਗਣ ਵਾਸਤੇ ਜਿਹੜਾ ਤੁਸੀਂ ਪ੍ਰਪੰਚ ਰਚਿਆ, ਇਹਦੇ ਨਾਲ ਤੁਹਾਡਾ ਮਨੁੱਖਾ ਜਨਮ ਵਿਅਰਥ ਹੋ ਰਿਹਾ। ਗੁਰੂ ਨਾਨਕ ਸਾਹਿਬ ਨੇ ਜਦੋਂ ਜਗਨਨਾਥਪੁਰੀ ਉੜੀਸਾ ਦੇ ਵਿੱਚ ਸਮਝਾਇਆ, ਪੰਡਤ ਜੀ ਨੇ ਸਤਿਗੁਰ ਤੋਂ ਖਿਮਾ ਮੰਗੀ। ਸੰਗਤ ਜੀ, ਉਹ ਪੰਡਤ ਵੀ ਗੁਰੂ ਨਾਨਕ ਦੇ ਘਰ ਦਾ ਸ਼ਰਧਾਵਾਨ ਸਿੱਖ ਬਣਿਆ। ਮੈਂ ਬੇਨਤੀ ਕਰਾਂ, ਸਤਿਗੁਰੂ ਜੀ ਭਲਾ ਕਰਦੇ ਆ। ਗੁਰਬਾਣੀ ਦਾ ਇੱਕ ਇੱਕ ਸ਼ਬਦ ਸਾਡਾ ਜੀਵਨ ਬਦਲਦਾ। ਸਾਨੂੰ ਠੱਗੀਆਂ ਤੋਂ, ਸਾਨੂੰ ਚੋਰੀਆਂ ਤੋਂ, ਸਾਨੂੰ ਵਿਖਾਵੇ ਤੋਂ, ਸਾਨੂੰ ਛਲ ਤੋਂ, ਸਾਨੂੰ ਫਰੇਬ ਤੋਂ ਬਚਾਉਂਦਾ। ਤੇ ਅੱਜ ਦਾ ਸ਼ਬਦ ਦੀ ਆਰੰਭਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਆ ਕਿ ਕਰੈ ਦੋਹ ਕਰਮ ਦਿਖਾਵੇ ਹੋਰ। ਮਨੁੱਖ ਦਿਖਾਵਾ ਕੁਝ ਹੋਰ ਕਰਦਾ ਹੈ, ਅੰਦਰ ਇਹਦੇ ਕੁਝ ਹੋਰ ਚੱਲਦਾ। ਅੰਦਰ ਦੁਸ਼ਕਰਮ ਚੱਲਦੇ ਆ, ਅੰਦਰ ਭੈੜੇ ਕਰਮ ਚੱਲਦੇ ਆ, ਬਾਹਰੋਂ ਧਾਰਮੀਆਂ ਵਾਲਾ ਧਾਰਮਿਕ ਲਿਬਾਸ ਪਹਿਨਿਆ ਹੋਇਆ। ਨਹੀਂ ਭਾਈ, ਗੁਰੂ ਸਾਹਿਬ ਜੀ ਕਹਿੰਦੇ ਇਹਦੇ ਤੇ ਆਪਣਾ ਸਮਾਂ ਵਿਅਰਥ ਨਾ ਕਰੋ। ਸਾਧ ਸੰਗਤ ਜੀ, ਮੈਂ ਇੱਕ ਸ਼ਬਦ ਆਪ ਜੀ ਨਾਲ ਭਗਤ ਕਬੀਰ ਜੀ ਦਾ ਵੀ ਸਾਂਝਾ ਕਰਨਾ ਚਾਹੁੰਦਾ। ਇਸ ਸ਼ਬਦ ਦੀ ਵਿਆਖਿਆ ਕਰਨ ਲਈ ਭਗਤ ਜੀ ਕਹਿੰਦੇ, ਨੱਕ ਹੋ ਕਾਟੀ ਕੰਨ ਹੋ ਕਾਟੀ, ਕਾਟ ਕੂਟ ਕੈ ਡਾਰੀ, ਕਹਿ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਭਗਤ ਕਬੀਰ ਜੀ ਇਸ ਸ਼ਬਦ ਵਿੱਚ ਕਹਿੰਦੇ, ਮੈਂ ਮਾਇਆ ਦਾ ਨੱਕ ਕੱਟ ਦਿੱਤਾ ਹੈ, ਨਾਕੋਂ ਕਾਟੀ। ਕੰਨੋਂ ਕਾਟੀ, ਫਿਰ ਮੈਂ ਕੰਨ ਕੱਟ ਦਿੱਤੇ ਆ। ਭਗਤ ਜੀ, ਤੁਸੀਂ ਮਾਇਆ ਦੇ ਨੱਕ ਨੂੰ ਕੱਟਿਆ, ਕੰਨ ਨੂੰ ਕੱਟਿਆ, ਗਰਦਨ ਕੱਟਦੇ, ਭੋਗ ਪਾ ਦਿੰਦੇ, ਸਮਾਪਤੀ ਕਰ ਦਿੰਦੇ। ਗਰਦਨ ਕਿਉਂ ਨਹੀਂ ਕੱਟੀ? ਭਗਤ ਜੀ ਕਹਿੰਦੇ, ਅਸਲ ਵਿੱਚ ਮੈਂ ਦੱਸਣਾ ਇਹ ਚਾਹੁੰਦਾ ਹਾਂ, ਜਿਹੜੇ ਲੋਕ ਆ ਵਿਖਾਵਾ ਕੁਝ ਹੋਰ ਕਰਦੇ ਆ, ਅੰਦਰੋਂ ਕੁਝ ਹੋਰ ਆ। ਸੰਗਤ ਜੀ, ਜਿਹੜੇ ਲੋਕ ਆ ਮਾਇਆਧਾਰੀ ਲੋਕ, ਉਹ ਜੋ ਵੀ ਕੰਮ ਕਰਦੇ ਆ ਨੱਕ ਰੱਖਣ ਲਈ ਕਰਦੇ ਆ ਕਿ ਸਾਡੀ ਨੱਕ ਰਹਿ ਜਾਣੀ ਚਾਹੀਦੀ ਆ। ਜੇ ਉਹ ਨੱਕ ਰੱਖਣ ਲਈ ਕੰਮ ਕੀਤੇ ਆ, ਫਿਰ ਕੰਨਾਂ ਨਾਲ ਸੋਭਾ ਵੀ ਸੁਣਨੀ ਚਾਹੁੰਦੇ, ਲੋਕੀ ਸਾਡੇ ਬਾਰੇ ਕੀ ਕਹਿੰਦੇ ਆ। ਅੱਜ ਸੰਸਾਰ ਵਿੱਚ ਕੀ ਹੋ ਰਿਹਾ ਜੀ? ਕੋਈ ਵਿਆਹ ਦੇ ਉੱਪਰ 30 ਲੱਖ ਲਾ ਰਿਹਾ, ਕੋਈ 40 ਲਾ ਰਿਹਾ, ਕੋਈ 50 ਲੱਖ ਲਾ ਰਿਹਾ, ਕੋਈ ਕਰੋੜ ਲਾ ਰਿਹਾ। ਕਾਦੇ ਲਈ? ਵਿਖਾਵਾ ਕਰਨਾ, ਨੱਕ ਰਹਿ ਜਾਵੇ ਸੰਸਾਰ ਵਿੱਚ ਕਿ ਲੋਕੀ ਕਹਿਣ ਵਾਹ ਵਾਹ ਕਿੰਨਾ ਸੋਹਣਾ ਆਨੰਦ ਕਾਰਜ ਹੋਇਆ, ਕਿੰਨਾ ਸੋਹਣਾ ਵਿਆਹ ਹੋਇਆ। ਜੇ ਹੁਣ ਪੈਸੇ ਲਾਏ ਆ, ਫਿਰ ਕੰਨਾਂ ਦੇ ਨਾਲ ਸੋਭਾ ਵੀ ਸੁਣਨੀ ਚਾਹੁੰਦੇ ਲੋਕੀ ਸਾਡੇ ਬਾਰੇ ਕੀ ਕਹਿੰਦੇ ਆ। ਆਓ ਜੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗਵਾਈ ਲਈਏ। ਸਤਿਗੁਰੂ ਜੀ ਕਹਿੰਦੇ, ਹੋਰ ਮਨਮੁਖ ਦਾਜ ਜੀ ਰੱਖ ਵਖਾਲੈ, ਸੋ ਕੂੜ ਅਹੰਕਾਰ ਕੱਚ ਪਾਜੋ। ਜਿਹੜਾ ਵਿਖਾਵਾ ਕਰਦੇ ਨੇ ਉਹ ਕੂੜੇ ਨੇ, ਝੂਠੇ ਨੇ, ਹੰਕਾਰੀ ਨੇ ਤੇ ਕੱਚੇ ਪਾਜ ਬਣਾਉਂਦੇ ਆ ਕਿ ਲੋਕੀ ਸਾਡੀ ਵਡਿਆਈ ਕਰਨ। ਨਾ ਭਾਈ, ਅੱਜ ਜਿਸ ਦਰ ਤੇ ਬੈਠੇ ਹਾਂ, ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ, ਉਹਨਾਂ ਦੇ ਸਤਿਕਾਰਯੋਗ ਪਿਤਾ ਗੁਰੂ ਹਰਿਰਾਏ ਸਾਹਿਬ ਤੋਂ ਗਵਾਹੀ ਲਈਏ ਕਿ ਸਤਿਗੁਰੂ ਜੀ ਦੇ ਨਾਲ 2200 ਘੋੜ ਸਵਾਰ ਚੱਲਦੇ ਆ ਜੀ। ਕਿੰਨੇ ਜੀ? 2200। ਪਰ ਕਦੀ ਵਿਖਾਵਾ ਨਹੀਂ ਕੀਤਾ। ਗਿਆਨੀ ਸੰਤ ਸਿੰਘ ਜੀ ਮਸਕੀਨ ਜ਼ਿਕਰ ਕਰਦੇ ਆ, ਕਹਿੰਦੇ ਡਿਫੈਂਸ ਮਹਿਕਮਾ ਹਰ ਸਰਕਾਰ, ਹਰ ਦੇਸ਼ ਕਾਇਮ ਕਰਦਾ, ਪਰ ਜੇਕਰ ਡਿਫੈਂਸ ਦੀ ਅਸਲੀ ਵਰਤੋਂ ਕੀਤੀ ਹੈ, ਉਹਨੇ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਨੇ।
2200 ਘੋੜ ਸਵਾਰ ਰੱਖੇ ਆ, ਪਰ ਕਿਤੇ ਕੋਈ ਹਮਲਾ ਨਹੀਂ ਕੀਤਾ। ਛੇਵੇਂ ਪਾਤਸ਼ਾਹ, ਦਸਵੇਂ ਪਾਤਸ਼ਾਹ ਕਿੰਨੀਆਂ ਜੰਗਾਂ ਲੜੀਆਂ, ਕੋਈ ਹਮਲਾ ਨਹੀਂ ਕੀਤਾ। ਜੇਕਰ ਕੋਈ ਚੜ ਕੇ ਆਇਆ ਤਾਂ ਮੁਕਾਬਲਾ ਕੀਤਾ। ਡਿਫੈਂਸ ਦੀ ਸਹੀ ਵਰਤੋਂ, ਵਿਖਾਵਾ ਨਹੀਂ ਕਰਨਾ। ਅੱਜ ਦਾ ਸ਼ਬਦ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਕਰੈ ਦੋ ਕਰਮ ਦਿਖਾਵੇ ਹੋਰ। ਮਨੁੱਖ ਵਿਖਾਵਾ ਕੁਝ ਹੋਰ ਕਰਦਾ ਹੈ, ਇਹਦੇ ਅੰਦਰ ਭੈੜੇ ਕਰਮ ਚੱਲਦੇ ਆ, ਦੁਸ਼ ਕਰਮ ਚੱਲਦੇ ਆ। ਤੇ ਸਤਿਗੁਰੂ ਜੀ ਇੱਕ ਸਚਿਆਰ ਮਨੁੱਖ ਬਣਾਉਣਾ ਚਾਹੁੰਦੇ ਆ ਮਨੁੱਖ ਨੂੰ। ਸਤਿਗੁਰੂ ਜੀ ਚਾਹੁੰਦੇ ਇਹਦਾ ਜੀਵਨ ਸਫਲ ਹੋ ਜਾਵੇ ਕਿ ਕਿਵ ਸਚਿਆਰਾ ਹੋਈ ਐ, ਕਿਵ ਕੂੜੇ ਟੁੱਟੇ ਪਾਲ। ਤੇ ਜਵਾਬ ਮਿਲਦਾ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਸਚਿਆਰ ਬਣਾਉਣ ਵਾਸਤੇ ਵੀ ਅੱਜ ਦਾ ਸ਼ਬਦ ਸਾਨੂੰ ਸਮਝਾ ਰਿਹਾ ਕਿ ਭਾਈ ਵਿਖਾਵਾ ਨਾ ਕਰੋ, ਧੋਖਾ ਨਾ ਕਰੋ, ਛਲ ਨਾ ਕਰੋ, ਫਰੇਬ ਨਾ ਕਰੋ। ਜਿਹੜੇ ਕਰਦੇ ਆ ਉਹਨਾਂ ਦਾ ਫਿਰ ਜੀਵਨ ਦੱਸਿਆ ਕਿ ਵਾਹਿਗੁਰੂ ਉਹਨਾਂ ਦੇ ਨਾਲ ਇਨਸਾਫ ਕਿਹੋ ਜਿਹਾ ਕਰਦਾ ਹੈ। ਰਾਮ ਕੀ ਦਰਗਾਹ ਬਾਧਾ ਚੋਰ, ਉਹ ਪ੍ਰਮਾਤਮਾ ਦੀ ਹਜ਼ੂਰੀ ਵਿੱਚ, ਵਾਹਿਗੁਰੂ ਦੀ ਦਰਗਾਹ ਵਿੱਚ ਚੋਰ ਬਣ ਕੇ ਬੰਨਿਆ ਜਾਂਦਾ, ਕਿਉਂਕਿ ਉੱਥੇ ਨਬੇੜਾ ਸੱਚ ਦੇ ਆਧਾਰ ਤੇ ਹੋਣਾ। ਆ ਹੁਣੇ ਗੁਰੂ ਸਵਾਰੇ ਸਾਨੂੰ ਆਸਾ ਦੀ ਵਾਰ ਸੁਣਾ ਰਹੇ ਸਨ ਕਿ ਉੱਥੇ ਸੱਚੋ ਹੀ ਸੱਚ ਨਿਬੜੇ, ਚੁਣ ਵਖ ਕੱਢੇ ਜਜ ਮਾਲਿਆ। ਉੱਥੇ ਤਾਂ ਨਬੇੜਾ ਸੱਚ ਦੇ ਆਧਾਰ ਤੇ ਹੋਣਾ ਜੀ। ਥਾਉ ਨਾ ਪਾਇਨ ਕੂੜਿਆਰ ਮੋਹ ਕਾਲੇ ਦੋਜਕ ਚਾਲਿਆ, ਤੇਰੇ ਨਾਏ ਰਤੇ ਸੇ ਜਿਨ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਵੇਂ ਧਰਮ ਬਹਾਲਿਆ। ਸਤਿਗੁਰੂ ਜੀ ਕਹਿੰਦੇ ਜਿਹੜੇ ਵਿਖਾਵਾ ਕਰਦੇ ਆ, ਦੁਸ਼ਕਰਮ ਕਰਦੇ ਆ, ਅੰਦਰ ਪਾਪ ਚੱਲਦੇ ਆ, ਬਾਹਰੋਂ ਧਰਮੀ ਹੋਣ ਦਾ ਵਿਖਾਵਾ ਕਰਦੇ, ਉਹਨਾਂ ਦਾ ਜੀਵਨ ਕਿਹੋ ਜਿਹਾ। ਰਾਮ ਕੀ ਦਰਗਾਹ ਬਾਧਾ ਚੋਰ, ਉਹ ਪਰਮਾਤਮਾ ਦੀ ਦਰਗਾਹ ਵਿੱਚ ਬੰਨੇ ਜਾਣੇ ਆ। ਉਹਨਾਂ ਚੋਰਾਂ ਨਾਲ ਵਾਹਿਗੁਰੂ ਦੇ ਦਰ ਤੇ ਇਨਸਾਫ ਹੋਣਾ। ਸੰਗਤ ਜੀ, ਸਤਿਗੁਰੂ ਜੀ ਸਾਨੂੰ ਕਿੰਨਾ ਉੱਚਾ ਸੁੱਚਾ ਜੀਵਨ ਦਿੰਦੇ ਪਏ ਆ। ਮੈਂ ਇੱਕ ਘਟਨਾ ਆਪ ਜੀ ਨਾਲ ਸਾਂਝੀ ਕਰਾਂ, ਕਿਉਂਕਿ ਸ਼ਬਦ ਆਇਆ ਚੋਰ, ਤੇ ਸਤਿਗੁਰੂ ਜੀ ਸਾਨੂੰ ਚੋਰੀਆਂ ਤੋਂ ਵੀ ਵਰਜਦੇ ਆ, ਦੇਵਤੇ ਬਣਾਉਂਦੇ ਆ। ਦੇਖੋ ਬਾਬਾ ਬਿਧੀ ਚੰਦ ਜੀ ਪਹਿਲਾਂ ਚੋਰੀਆਂ ਕਰਿਆ ਕਰਦੇ ਸਨ, ਪਰ ਭਾਈ ਅਦਲੀ ਜੀ ਦੀ ਸੰਗਤ ਹੋਈ, ਗੁਰੂ ਅਰਜਨ ਸਾਹਿਬ ਜੀ ਦੇ ਕੋਲ ਆਏ, ਐਸਾ ਜੀਵਨ ਬਦਲਿਆ ਕਿ ਗੁਰੂ ਅਰਜਨ ਦੇਵ ਮਹਾਰਾਜ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਾਨਾ ਲਾ ਕੇ ਕਿਹਾ ਕਿ ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਜਿਹਨੂੰ ਗੁਰੂ ਕਹਿ ਦੇਵੇ ਕਿ ਸਾਡਾ ਦਿਲ ਹੈ, ਕਿੱਡੀ ਵੱਡੀ ਗੱਲ ਹੈ ਜੀ ਕਿ ਤੁਸੀਂ ਸਾਡਾ ਦਿਲ ਜਿੱਤ ਲਿਆ। ਸਾਧ ਸੰਗਤ, ਗੁਰੂ ਅਰਜਨ ਸਾਹਿਬ ਜੀ ਦਾ ਸਮਾਂ, ਇੱਕ ਸਿੱਖ ਦਾ ਨਾਮ ਇਤਿਹਾਸ ਨੇ ਦੱਸਿਆ, ਉਹਦਾ ਨਾਮ ਹੈ ਭਾਈ ਮੇਰੂ। ਭਾਈ ਮੇਰੂ ਚੋਰੀਆਂ ਕਰਿਆ ਕਰਦਾ ਸੀ, ਕਿਉਂਕਿ ਸ਼ਬਦ ਆਇਆ ਕਿ ਰਾਮ ਕੀ ਦਰਗਾਹ ਬਾਧਾ ਚੋਰ। ਭਾਈ ਮੇਰੂ ਚੋਰੀਆਂ ਕਰਿਆ ਕਰਦਾ ਸੀ। ਗੁਰਸਿੱਖਾਂ ਦੀ ਸੰਗਤ ਹੋਈ, ਬਾਣੀ ਦਾ ਉਪਦੇਸ਼ ਸੁਣਿਆ, ਚੋਰੀਆਂ ਕਰਨੀਆਂ ਛੱਡ ਦਿੱਤੀਆਂ। ਕੱਲੀਆਂ ਛੱਡੀਆਂ ਨਹੀਂ, ਇਤਿਹਾਸ ਕਿ ਆਪਣੇ ਨਾਲ ਇਹਨੇ ਇੱਕ ਮੱਝ ਲੈ ਲਈ, ਇੱਕ ਕੱਟਾ ਲੈ ਲਿਆ, ਤੇ ਹੱਥ ਵਿੱਚ ਕੁਝ ਪੈਸੇ ਲੈ ਲਏ। ਚੌਧਰੀ ਦਾ ਦਰਵਾਜ਼ਾ ਖੜਕਾਇਆ ਕਿ ਚੌਧਰੀ ਸਾਹਿਬ ਦਰਵਾਜ਼ਾ ਖੋਲੋ। ਜਦੋਂ ਦੀ ਆਪਾਂ ਗੱਲ ਕਰ ਰਹੇ ਹਾਂ, ਉਦੋਂ ਪਿੰਡਾਂ ਦੇ ਮੁਖੀ ਚੌਧਰੀ ਹੁੰਦੇ ਸਨ, ਅੱਜ ਕੱਲ ਆਪਾਂ ਉਹਨਾਂ ਨੂੰ ਸਰਪੰਚ ਕਹਿ ਦਿੰਦੇ ਆ। ਚੌਧਰੀ ਨੇ ਦਰਵਾਜ਼ਾ ਖੋਲਿਆ। ਸੰਗਤ ਜੀ, ਭਾਈ ਮੇਰੂ ਦੇ ਹੱਥ ਜੁੜ ਗਏ, ਕਹਿਣ ਲੱਗਾ ਚੌਧਰੀ ਸਾਹਿਬ ਆ ਮੱਝ ਲੈ ਲਵੋ, ਆ ਕੱਟਾ ਲੈ ਲਵੋ, ਆ ਪੈਸੇ ਲੈ ਲਵੋ, ਮੈਨੂੰ ਖਿਮਾ ਕਰ ਦਿਓ, ਮੈਂ ਤੁਹਾਡਾ ਚੋਰ ਹਾਂ, ਮੈਂ ਗੁਨਾਹਗਾਰ ਹਾਂ। ਚੌਧਰੀ ਨੂੰ ਸਮਝ ਨਹੀਂ ਆਈ ਕਿ ਇਹ ਮਨੁੱਖ ਕਹਿਣਾ ਕੀ ਚਾਹੁੰਦਾ।
ਚੌਧਰੀ ਪੁੱਛਦਾ ਕਿ ਭਲੇ ਮਾਨਸ ਮਨੁੱਖ ਤੈਨੂੰ ਕੀ ਹੋਇਆ, ਕੀ ਕਹਿਣਾ ਚਾਹੁੰਦਾ, ਮੈਨੂੰ ਤੇਰੀ ਗੱਲ ਦੀ ਸਮਝ ਨਹੀਂ ਆਈ। ਭਾਈ ਮੇਰੂ ਨੇ ਫਿਰ ਹੱਥ ਜੋੜੇ, ਕਹਿਣ ਲੱਗਾ, ਚੌਧਰੀ ਸਾਹਿਬ ਕੁਝ ਸਮਾਂ ਹੋਇਆ ਮੈਂ ਤੁਹਾਡੀ ਮੱਝ ਚੋਰੀ ਕਰਕੇ ਲੈ ਗਿਆ ਸੀ। ਇਹ ਮੱਝ ਹੈ ਤੁਹਾਡੀ। ਜਦੋਂ ਮੈਂ ਮੱਝ ਨੂੰ ਘਰੇ ਖੜਿਆ, ਪੱਠੇ ਮੈਂ ਜ਼ਰੂਰ ਪਾਏ ਆ, ਪਰ ਜਿਹੜੇ ਦੁੱਧ ਵੇਚ ਕੇ ਪੈਸੇ ਵਟੇ ਨੇ, ਇਹ ਫਿਰ ਪੈਸੇ ਵੀ ਤੁਹਾਡੇ ਹੋਏ। ਮੱਝ ਨੇ ਮੇਰੇ ਘਰੇ ਜਾ ਕੇ ਕੱਟਾ ਦਿੱਤਾ ਹੈ, ਕਿਉਂਕਿ ਮੱਝ ਤੁਹਾਡੀ ਹੈ, ਫਿਰ ਕੱਟਾ ਵੀ ਤੁਹਾਡਾ ਹੋਇਆ। ਇਹ ਮੱਝ ਵੀ ਲੈ ਲਵੋ, ਇਹ ਕੱਟਾ ਵੀ ਲੈ ਲਵੋ, ਇਹ ਪੈਸੇ ਵੀ ਲੈ ਲਵੋ, ਪਰ ਮੈਨੂੰ ਖਿਮਾ ਕਰ ਦਿਓ, ਮੈਂ ਤੁਹਾਡਾ ਚੋਰ ਹਾਂ। ਚੌਧਰੀ ਕਹਿੰਦਾ ਕਿ ਇਹ ਭਲੇ ਮਾਨਸ ਮਨੁੱਖ ਮੈਨੂੰ ਸਮਝਾ, ਤੈਨੂੰ ਹੋਇਆ ਕੀ ਹੈ? ਕੋਈ ਚੋਰ ਇਹ ਗੱਲ ਮੰਨਦਾ ਹੈ ਕਿ ਮੈਂ ਚੋਰੀ ਕੀਤੀ ਆ? ਸਾਧ ਸੰਗਤ, ਹੁਣ ਤੇ ਸਾਡੀ ਸੇਵਾ ਗੁਰੂ ਰਾਮਦਾਸ ਦੇ ਦਰ ਤੇ ਆ ਗਈ। ਅੰਮ੍ਰਿਤਸਰ ਸਾਹਿਬ ਪਹਿਲਾਂ ਅਸੀਂ ਤਰਨਤਾਰਨ ਸਾਹਿਬ ਡਿਊਟੀ ਕਰਦੇ ਸੀ ਤੇ ਮੱਸਿਆ ਤੇ ਬੜੀ ਸੰਗਤ ਨੇ ਆਉਣਾ। ਕਿਸੇ ਦਾ ਮੋਬਾਈਲ ਨਿਕਲ ਜਾਣਾ, ਕਿਸੇ ਦਾ ਪਰਸ ਨਿਕਲ ਜਾਣਾ, ਸਾਡੇ ਕੋਲ ਸਟੇਜ ਤੇ ਆ ਕੇ ਕਹਿਣਾ ਕਿ ਗਿਆਨੀ ਜੀ ਅਨਾਉਂਸਮੈਂਟ ਕਰਿਓ ਕਿ ਸਾਡਾ ਪਰਸ ਨਿਕਲ ਗਿਆ, ਮੋਬਾਈਲ ਨਿਕਲ ਗਿਆ। ਹੁਣ ਜਿੰਨੇ ਚੋਰੀ ਕੀਤੀ ਹੈ ਇਸ ਕਰਕੇ ਤੇ ਕੀਤੀ ਨਹੀਂ ਹੈ ਕਿ ਮੈਂ ਵਾਪਸ ਕਰਨੀ ਆ। ਅੱਜ ਭਾਈ ਮੇਰੂ ਹੱਥ ਜੋੜ ਕੇ ਕਹਿੰਦਾ ਕਿ ਚੌਧਰੀ ਸਾਹਿਬ ਮੱਝ ਵੀ ਲੈ ਲਵੋ, ਕੱਟਾ ਵੀ ਲੈ ਲਵੋ, ਪੈਸੇ ਵੀ ਲੈ ਲਵੋ, ਪਰ ਮੈਨੂੰ ਖਿਮਾ ਕਰ ਦਿਓ, ਮੈਂ ਤੁਹਾਡਾ ਚੋਰ ਹਾਂ। ਚੌਧਰੀ ਕਹਿੰਦਾ ਕਿ ਤੈਨੂੰ ਦੱਸ ਹੋਇਆ ਕੀ ਆ? ਅੱਗੋਂ ਭਾਈ ਮੇਰੂ ਕਹਿੰਦਾ ਕਿ ਮੈਂ ਗੁਰੂ ਦਾ ਸਿੱਖ ਹੋ ਗਿਆ ਹਾਂ। ਜਦੋਂ ਮੈਂ ਗੁਰਸਿੱਖਾਂ ਦੀ ਸੰਗਤ ਕੀਤੀ ਆ ਤੇ ਸੰਗਤ ਕਰਦਿਆਂ ਕਰਦਿਆਂ ਮੇਰੇ ਕੰਨਾਂ ਵਿੱਚ ਬਾਣੀ ਦੀਆਂ 2 ਪੰਕਤੀਆਂ ਪਈਆਂ ਨੇ ਚੌਧਰੀ ਸਾਹਿਬ, ਉਹਨਾਂ ਨੇ ਮੇਰਾ ਜੀਵਨ ਬਦਲ ਦਿੱਤਾ ਹੈ। ਕਿਹੜੀਆਂ ਪੰਕਤੀਆਂ ਨੇ ਜੀ? ਚੋਰ ਕੀਆ ਚੰਗਾ ਕਿਉਂ ਹੋਏ, ਚੋਰ ਕੀ ਹਾਮਾ ਭਰੇ ਨਾ ਕੋਏ। ਪੰਕਤੀਆਂ 2 ਨੇ, ਫਿਰ ਸੁਣੋ ਜੀ। ਚੋਰ ਕੀਆ ਚੰਗਾ ਕਿਉਂ ਹੋਏ, ਚੋਰ ਕੀ ਹਾਮਾ ਭਰੇ ਨਾ ਕੋਏ। ਜਿਹੜਾ ਚੋਰੀ ਕਰਦਾ ਹੈ ਉਹਦਾ ਜੀਵਨ ਵਧੀਆ ਨਹੀਂ ਹੋ ਸਕਦਾ। ਪਰਮਾਤਮਾ ਦੇ ਦਰਬਾਰ ਵਿੱਚ ਉਹਦੀ ਗਵਾਹੀ ਕੋਈ ਨਹੀਂ ਭਰਦਾ। ਚੌਧਰੀ ਸਾਹਿਬ ਇਹਨਾਂ 2 ਪੰਕਤੀਆਂ ਨੇ ਮੇਰਾ ਜੀਵਨ ਬਦਲ ਦਿੱਤਾ। ਜੇ ਤੁਸੀਂ ਮੱਝ ਵੀ ਲੈ ਲਵੋ, ਕੱਟਾ ਵੀ ਲੈ ਲਵੋ, ਪੈਸੇ ਵੀ ਲੈ ਦਵੋ, ਪਰ ਮੈਨੂੰ ਖਿਮਾ ਕਰ ਦਿਓ, ਮੈਨੂੰ ਮਾਫ ਕਰ ਦਿਓ। ਉਹ ਚੌਧਰੀ ਕਹਿੰਦਾ ਜਿਸ ਗੁਰੂ ਦਾ ਤੂੰ ਸਿੱਖ ਹੈ, ਜਿਨੇ ਤੇਰੇ ਵਿੱਚ ਏਡੀ ਵੱਡੀ ਤਬਦੀਲੀ ਲੈ ਆਂਦੀ, ਉਹਨਾਂ ਦੇ ਦਰਸ਼ਨ ਕਰਾਓ। ਭਾਈ ਮੇਰੂ, ਚੌਧਰੀ, ਪਿੰਡ ਵਾਸੀ ਸਾਰੇ ਪਹੁੰਚਦੇ ਨੇ ਗੁਰੂ ਰਾਮਦਾਸ ਜੀ ਦੇ ਦਰ ਤੇ ਅੰਮ੍ਰਿਤਸਰ ਸਾਹਿਬ ਤੇ ਦਰਸ਼ਨ ਕਰਦੇ ਨੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ। ਸੰਗਤ ਜੀ, ਸਾਨੂੰ ਬਾਣੀ ਦਾ ਇੱਕ ਇੱਕ ਅੱਖਰ, ਇੱਕ ਇੱਕ ਸ਼ਬਦ ਧਿਆਨ ਨਾਲ ਸੁਣਨਾ ਚਾਹੀਦਾ। ਸਤਿਗੁਰੂ ਜੀ ਸਾਡੇ ਜੀਵਨ ਨੂੰ ਸਚਿਆਰ ਬਣਾਉਂਦੇ ਆ, ਸਾਡੇ ਵਿੱਚੋਂ ਬੁਰਾਈਆਂ ਬਾਹਰ ਕੱਢਦੇ ਆ। ਕਹਿੰਦੇ ਵਿਖਾਵਾ ਨਾ ਕਰੋ, ਛਲ ਨਾ ਕਰੋ, ਪ੍ਰੇਮ ਨਾ ਕਰੋ, ਚੋਰੀਆਂ ਨਾ ਕਰੋ, ਠੱਗੀਆਂ ਨਾ ਕਰੋ, ਧੋਖੇ ਨਾ ਕਰੋ, ਪ੍ਰਪੰਚ ਨਾ ਕਰੋ। ਅੱਜ ਦਾ ਸ਼ਬਦ ਸਮਝਾ ਰਿਹਾ ਜੀ। ਕਰੈ ਦੁਹ ਕਰਮ ਦਿਖਾਵੈ ਹੋਰ, ਰਾਮ ਕੀ ਦਰਗਾਹ ਬਾਧਾ ਚੋਰ। ਰਾਮ ਰਮੈ ਸੋਈ ਰਾਮਾਣਾ। ਰਾਮ ਦਾ ਸੇਵਕ ਕੌਣ ਹੈ? ਪਰਮਾਤਮਾ ਦਾ ਸੇਵਕ ਕੌਣ ਹੈ? ਜੋ ਪਰਮਾਤਮਾ ਦਾ ਸਿਮਰਨ ਕਰਦਾ, ਜਿਹੜਾ ਅੰਦਰੋਂ ਜੁੜ ਕੇ ਜਪਦਾ ਜੀ ਵਾਹਿਗੁਰੂ 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 ਵਾਹਿਗੁਰੂ। ਸੰਗਤ ਜੀ, ਕਿਉਂਕਿ ਰਹਾਉ ਵਾਲਾ ਬੰਦ ਕਹਿ ਰਿਹਾ ਸਿਮਰਨ ਕਰਨ ਬਾਰੇ, ਇਸ ਕਰਕੇ ਸਾਰੇ ਜਪੋ ਜੀ ਵਾਹਿਗੁਰੂ 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 ਵਾਹਿਗੁਰੂ। ਰਾਮ ਰਮੈ
RAM ਦਾ ਜੋ ਸਿਮਰਨ ਕਰਦਾ ਹੈ ਸੋਈ ਰਾਮਾਣਾ, ਉਹੀ RAM ਦਾ ਸੇਵਕ ਹੈ। ਗੁਰ ਸਤਿਗੁਰ ਕਾਜੋ ਸਿੱਖ ਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਜਲ ਥਲ ਮਹੀਲ ਏਕ ਸਮਾਣਾ, ਉਹਨੂੰ ਜਲ ਵਿੱਚ, ਥਲ ਵਿੱਚ, ਆਕਾਸ਼ ਵਿੱਚ ਇੱਕ ਪਰਮਾਤਮਾ ਹੀ ਸਮਾਇਆ ਹੋਇਆ ਦਿਖਾਈ ਦਿੰਦਾ। ਉਹਦਾ ਹਿਰਦਾ ਨਿਰਵੈਰ ਬਣ ਜਾਂਦਾ, ਸਾਰਿਆਂ ਨਾਲ ਪਿਆਰ ਵਾਲਾ ਸਲੂਕ, ਜਿਵੇਂ ਭਾਈ ਕਨ੍ਹਈਆ ਜੀ ਨੇ ਕੀਤਾ। ਭਾਈ ਕਨ੍ਹਈਆ ਜੀ, ਸੰਗਤ ਜੀ ਸ਼ਿਕਾਇਤ ਕਰਦੇ ਸਿੰਘ ਕਿ ਦੁਸ਼ਮਣਾਂ ਨੂੰ ਪਾਣੀ ਪਿਆਉਂਦਾ। ਗੁਰੂ ਸਾਹਿਬ ਕੋਲ ਬੁਲਾਉਂਦੇ ਆ ਕਿ ਭਾਈ ਸਾਹਿਬ ਤੁਹਾਡੀ ਸ਼ਿਕਾਇਤ ਆਈ ਆ, ਤੁਸੀਂ ਦੁਸ਼ਮਣਾਂ ਨੂੰ ਪਾਣੀ ਕਿਉਂ ਪਿਆਉਂਦੇ ਹੋ? ਸਾਧ ਸੰਗਤ ਜੀ ਸੁਣੋ, ਇਹ ਸੰਗਤ ਜਿਹੜੀ ਹੈ ਨਾ, ਮਨੁੱਖ ਨੂੰ ਕਿੰਨਾ ਵਿਸ਼ਾਲ ਕਰ ਦਿੰਦੀ ਆ ਕਿ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣੇ ਆਈ। ਭਾਈ ਸਾਹਿਬ ਜੀ ਨੂੰ ਜਦੋਂ ਬੁਲਾਇਆ ਗਿਆ ਤੇ ਭਾਈ ਸਾਹਿਬ ਜੀ ਦੇ ਹੱਥ ਜੁੜ ਗਏ ਭਾਈ ਕਨ੍ਹਈਆ ਜੀ ਦੇ। ਕਹਿਣ ਲੱਗੇ, ਮੇਰੇ ਪਾਤਸ਼ਾਹ ਸਾਰੇ ਮੈਦਾਨ ਅੰਦਰ ਤੈਥੋਂ ਬਾਜ ਕੋਈ ਦੂਜਾ ਨਜ਼ਰ ਆਇਆ ਹੀ ਨਹੀਂ। ਜਿੱਥੇ ਚੋਵਾਂ ਪਾਣੀ ਤੇਰਾ ਮੂੰਹ ਦਿਸੇ, ਕਿਸੇ ਗੈਰ ਦੇ ਮੂੰਹ ਵਿੱਚ ਪਾਇਆ ਹੀ ਨਹੀਂ। ਪਰਮਾਤਮਾ ਦਾ ਰੂਪ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਮੈਂ ਜਿੱਥੇ ਵੀ ਪਾਣੀ ਚਾਹੁੰਦਾ ਹਾਂ ਤੁਹਾਡਾ ਮੁਖੜਾ ਦਿਖਾਈ ਦਿੰਦਾ, ਮੈਂ ਕਿਸੇ ਗੈਰ ਦੇ ਮੂੰਹ ਵਿੱਚ ਨਹੀਂ ਪਾਉਂਦਾ। ਸੰਗਤ ਜੀ, ਇਹ ਅਵਸਥਾ ਕਿਵੇਂ ਬਣਦੀ ਆ? ਸਾਰੇ ਸੁਣੋ ਜੀ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ में रहा ना हूं, जब आपा पर का मिट गया, जत देखो तत ਤੂੰ। ਜਦੋਂ ਅਸੀਂ ਅੰਦਰੋਂ ਜੁੜ ਕੇ ਪਰਮਾਤਮਾ ਦਾ ਸਿਮਰਨ ਕਰਦੇ ਆਂ, ਫਿਰ ਹਰ ਪਾਸੇ ਵਾਹਿਗੁਰੂ। ਜਲ ਥਲ ਮਹੀਲ ਏਕ ਸਮਾਨਾ। ਭਾਈ ਕਨ੍ਹਈਆ ਜੀ ਕਹਿੰਦੇ, ਮੇਰੇ ਪਾਤਸ਼ਾਹ ਸਾਰੇ ਮੈਦਾਨ ਅੰਦਰ ਤੈਥੋਂ ਬਾਅਦ ਕੋਈ ਦੂਜਾ ਨਜ਼ਰ ਆਇਆ ਹੀ ਨਹੀਂ। ਜਿੱਥੇ ਚੋਵਾਂ ਪਾਣੀ ਤੇਰਾ ਮੂੰਹ ਦਿਸੇ, ਕਿਸੇ ਗੈਰ ਦੇ ਮੂੰਹ ਵਿੱਚ ਪਾਇਆ ਹੀ ਨਹੀਂ। ਤੇਰਾ ਦੱਸਿਆ ਤੈਨੂੰ ਮੈਂ ਕੀ ਦੱਸਾਂ, ਤੈਨੇ ਦੂਈ ਦਾ ਪਾਠ ਪੜਾਇਆ ਹੀ ਨਹੀਂ। ਇੱਕ ਹੱਥ ਖੰਡਾ ਇੱਕ ਹੱਥ ਅੰਮ੍ਰਿਤ, ਕਿਸੇ ਹੋਰ ਨੇ ਏਦਾਂ ਪਿਲਾਇਆ ਹੀ ਨਹੀਂ। ਇਹ ਤੇ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਉਹ ਇੱਕ ਹੱਥ ਵਿੱਚ ਖੰਡਾ ਫੜਾ ਦਿੰਦੇ ਹੋ, ਦੂਜੇ ਹੱਥ ਵਿੱਚ ਮਸ਼ਕ ਫੜਾ ਦਿੰਦੇ ਹੋ। ਗੁਰੂ ਗੋਬਿੰਦ ਸਿੰਘ ਜੀ ਜਵਾਬ ਸੁਣ ਕੇ ਇੰਨੇ ਖੁਸ਼ ਹੋਏ, ਕਹਿਣ ਲੱਗੇ, ਭਾਈ ਸਾਹਿਬ ਜੀ ਅੱਜ ਤੋਂ ਬਾਅਦ ਮਲਮ ਪੱਟੀ ਵੀ ਕਰ ਦਿਆ ਕਰੋ। ਰੈੱਡ ਕਰਾਸ ਦੇ ਨਿਰਮਾਤਾ ਭਾਈ ਕਨ੍ਹਈਆ ਜੀ, ਸੰਗਤ ਜੀ, ਸਤਿਗੁਰ ਦਾ ਸ਼ਬਦ ਸਾਨੂੰ ਦੇਵਤੇ ਬਣਾਉਂਦਾ, ਫਰਿਸ਼ਤੇ ਬਣਾਉਂਦਾ, ਸਾਡੇ ਵਿੱਚੋਂ तमाम ਬੁਰਾਈਆਂ ਨੂੰ ਬਾਹਰ ਕੱਢਦਾ। ਸਤਿਗੁਰੂ ਜੀ ਅੱਗੇ ਕਿਰਪਾ ਕਰਦੇ, ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੈ। ਪੰਕਤੀ ਨੂੰ ਧਿਆਨ ਨਾਲ ਸੁਣਿਓ ਜੀ। ਫਿਰ ਅੰਤਰ ਬਿਖ, ਅੰਦਰ ਜ਼ਹਿਰ ਹੈ, ਮੁਖ ਅੰਮ੍ਰਿਤ ਸੁਣਾਵੇ, ਮੁਖੋਂ ਬੜੀਆਂ ਮਿੱਠੀਆਂ ਮਿੱਠੀਆਂ ਅੰਮ੍ਰਿਤ ਭਰਪੂਰ ਗੱਲਾਂ ਕਰਦਾ। ਅੰਦਰ ਕੀ ਆ ਜੀ? ਜ਼ਹਿਰ। ਸਾਧ ਸੰਗਤ, ਆਪ ਜੀ ਨੂੰ ਇਸ ਖੇਤਰ ਵਿੱਚ ਬੜੇ ਲੋਕ ਮਿਲਣਗੇ ਜਿਹੜੀਆਂ ਬੜੀਆਂ ਮਿੱਠੀਆਂ ਗੱਲਾਂ ਕਰਦੇ ਆ, ਪਰ ਅੰਦਰ ਉਹਨਾਂ ਦੇ ਜ਼ਹਿਰ ਭਰਿਆ। 11 ਭੱਟਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਕਹਿੰਦੇ, ਜਦੋਂ ਅਸੀਂ ਸੰਸਾਰ ਦਾ ਭਰਮਣ ਕੀਤਾ ਕਿ ਸਾਨੂੰ ਕੋਈ ਸੰਤ ਮਿਲ ਜਾਵੇ, ਸੰਨਿਆਸੀ ਮਿਲ ਜਾਵੇ, ਤਪੀਸ਼ਰ ਮਿਲ ਜਾਵੇ, ਜਿੱਤੋਂ ਸਾਨੂੰ ਆਤਮਿਕ ਸ਼ਾਂਤੀ ਮਿਲੇ, ਸਾਰੇ ਮਿੱਠੀਆਂ ਮਿੱਠੀਆਂ ਗੱਲਾਂ ਬੜੀਆਂ ਕਰਦੇ ਸਨ ਜੀ। ਪਰ ਜਦੋਂ ਅੰਦਰ ਹੋ ਕੇ, ਨੇੜੇ ਹੋ ਕੇ ਤੱਕੀਦਾ ਸੀ, ਜ਼ਹਿਰ ਹੀ ਭਰੀ ਹੋਈ ਸੀ। ਇਹ ਭੱਟ ਸਾਹਿਬਾਨ ਦੇ ਬੋਲ ਆ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਕਿ ਰਹਿਓ ਸੰਤ ਹਉ ਟੋਲ, ਸਾਧ ਬਹੁ ਤੇਰੇ ਡਿਠੇ,
ਸੰਨਿਆਸੀ ਤਪੱਸੀਏ ਮੁਖੋਂ ਇਹ ਪੰਡਤ ਮਿੱਠੇ। ਸਾਧ ਸੰਗਤ ਜੀ, ਅੱਜ ਬੜੇ ਸੰਨਿਆਸੀ ਮਿਲਣਗੇ, ਤਪੀਸ਼ਰ ਮਿਲਣਗੇ, ਮੁਖ ਤੋਂ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਨਗੇ। ਸਾਡੇ ਸਿੱਖ ਵਰਗਲਾਏ ਜਾਂਦੇ ਆ। ਕਈ ਬਾਬੇ ਮਥੁਰਾ ਦੇ ਵਿੱਚ ਜਾ ਕੇ ਉਹਨਾਂ ਦੇ ਕੋਲ ਪੇਸ਼ ਵੀ ਹੁੰਦੇ ਆ। ਬੜੀਆਂ ਮਿੱਠੀਆਂ ਗੱਲਾਂ ਮਨ ਨੂੰ ਬੜੀਆਂ ਪ੍ਰਭਾਵਿਤ ਕਰਦੀਆਂ। ਪਰ ਸੰਗਤ ਜੀ ਸੁਣੋ, ਭੱਟ ਸਾਹਿਬਾਨ ਦੀ ਜ਼ਬਾਨੀ ਕਹਿੰਦੇ, ਰਹਿਓ ਸੰਤ ਹੋਣ ਟੋਲ, ਸਾਧ ਬਹੁ ਤੇਰੇ ਡਿਠੇ, ਸੰਨਿਆਸੀ ਤਪੱਸੀਏ ਮੁਖੋਂ ਏ ਪੰਡਤ ਮਿੱਠੇ, ਬਰਸ ਏਕ ਹੋਂ ਫਿਰਿਓ, ਕਿਨੇ ਨਾ ਪਰਚਿਓ ਲਾਇਓ, ਕਹਿਤਿਓ ਕਹਿਤ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਕਹਿੰਦੇ ਕਥਾ ਕਹਾਣੀਆਂ ਬੜੀਆਂ ਸੋਹਣੀਆਂ ਕਰਦੇ ਸਨ, ਪਰ ਅੰਦਰ ਦਾ ਜੀਵਨ ਨਹੀਂ ਸੀ ਹੈਗਾ। ਵਿਖਾਵਾ ਸੀ, ਛਲ ਸੀ, ਫਰੇਬ ਸੀ, ਧੋਖਾ ਸੀ, ਅੰਦਰ ਦਾ ਜੀਵਨ ਨਹੀਂ ਸੀ। ਫਿਰ ਭੱਟ ਸਾਹਿਬਾਨ ਕਹਿੰਦੇ ਜੀਵਨ ਬਦਲਿਆ ਕਿਵੇਂ? ਸਾਰੇ ਭੱਟ ਸਾਹਿਬਾਨ ਨੇ 11 ਭੱਟਾਂ ਨੇ ਇੱਕ ਜ਼ਬਾਨ ਹੋ ਕੇ ਕਿਹਾ ਕਿ ਜੇਕਰ ਸਾਡਾ ਜੀਵਨ ਬਦਲਿਆ ਹੈ ਤੇ ਬਾਣੀ ਨੇ ਬਦਲਿਆ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨੇ ਬਦਲਿਆ ਹੈ। ਸ਼ਬਦ ਹੈ ਜੀ ਉਹਨਾਂ ਦਾ ਕਿ ਕੱਚੋ ਕੰਚਨ ਭਇਓ, ਸ਼ਬਦ ਗੁਰ ਸਰਵਣੈ ਸੁਣਿਓ। ਅਸੀਂ ਕੱਚ ਸੀ, ਅਸੀਂ ਸੋਨਾ ਬਣ ਗਏ, ਕੰਚਨ ਬਣ ਗਏ। ਕਦੋਂ ਬਣੇ? ਜਦੋਂ ਗੁਰੂ ਦਾ ਸ਼ਬਦ ਕੰਨਾਂ ਦੇ ਨਾਲ ਸੁਣਿਆ। ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਨਣਾ ਗੁਰ ਨਾਉ। ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਸਾਡਾ ਜੀਵਨ ਜ਼ਹਿਰ ਨਾਲ ਭਰਿਆ ਸੀ, ਵਿਕਾਰਾਂ ਦੀ ਜ਼ਹਿਰ ਨਾਲ, ਪਰ ਅਸੀਂ ਅੰਮ੍ਰਿਤ ਬਣ ਗਏ। ਆਪਾਂ ਉਹ ਸਵਈਆ ਸੁਣਦੇ ਵੀ ਆ ਜੀ ਕਿ ਹਮ ਅਵਗੁਣ ਭਰੇ, ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ, ਗੁਰ ਸੰਗਤ ਤਹਿ ਮਲੰਤ ਜਮ, ਤਰਾਸ ਮਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਸਾਧ ਸੰਗਤ ਜੀ, ਗੁਰੂ ਅਰਜਨ ਸਾਹਿਬ ਜੀ ਸਮਝਾਉਂਦੇ ਕਿ ਮਨੁੱਖ ਦਾ ਜੀਵਨ ਕੀ ਹੈ? ਅੰਤਰ ਬਿਖ ਮੁਖ ਅੰਮ੍ਰਿਤ ਸੁਨਾਵੈ। ਅੰਦਰ ਤੇ ਜ਼ਹਿਰ ਹੈ, ਬਾਹਰੋਂ ਮਿੱਠੀਆਂ ਗੱਲਾਂ ਕਰਦਾ, ਅੰਮ੍ਰਿਤ ਭਰੀਆਂ ਗੱਲਾਂ ਕਰਦਾ, ਚੰਗੀਆਂ ਗੱਲਾਂ ਕਰਦਾ। ਅੰਦਰ ਕੀ ਹੈ ਜੀ? ਜ਼ਹਿਰ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਸੰਗਤ ਜੀ, ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਮਾਰਚ ਮਹੀਨੇ ਦੇ ਵਿੱਚ। ਮਾਰਚ ਲੰਘਿਆ, ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ, ਦਸੰਬਰ, 10 ਮਹੀਨੇ ਦਾ ਘੇਰਾ। ਔਰੰਗਜ਼ੇਬ ਬਾਹਰੋਂ ਮਿੱਠੀਆਂ ਗੱਲਾਂ ਕਰਦਾ, ਅੰਦਰ ਜ਼ਹਿਰ ਹੈ। ਮਿੱਠੀਆਂ ਗੱਲਾਂ ਕੀ ਕਰਦਾ? ਕਿ ਸ਼ਾਹੀ ਰਸੂਖ ਦਾ ਸਵਾਲ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਇੱਕ ਵਾਰੀ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰ ਦਿਓ, ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਤੁਹਾਡੇ ਤੇ ਹਮਲਾ ਨਹੀਂ ਹੋਵੇਗਾ। ਮੈਂ ਕੁਰਾਨ ਦੀ ਕਸਮ ਖਾਨਾ, ਮੇਰਾ ਧਾਰਮਿਕ ਗ੍ਰੰਥ ਹੈ ਕੁਰਾਨ, ਮੈਂ ਕੁਰਾਨ ਦੀ ਕਸਮ ਖਾਨਾ ਮੈਂ ਤੁਹਾਡੇ ਤੇ ਹਮਲਾ ਨਹੀਂ ਕਰਾਂਗਾ। ਪਹਾੜੀ ਰਾਜੇ ਕਹਿੰਦੇ ਸਾਡਾ ਧਾਰਮਿਕ ਇਸ਼ਟ ਹੈ ਗਾਂ, ਅਸੀਂ ਗਾਂ ਦੀ ਕਸਮ ਖਾਂਦੇ ਆ, ਤੁਹਾਡੇ ਤੇ ਹਮਲਾ ਨਹੀਂ ਕਰਾਂਗੇ। ਅੰਦਰ ਕੀ ਭਰਿਆ ਜੀ? ਜ਼ਹਿਰ। ਬਾਹਰੋਂ ਕੀ ਬੋਲ ਰਿਹਾ? ਝੂਠ। ਸੰਗਤ ਜੀ, ਗੁਰੂ ਗੋਬਿੰਦ ਸਿੰਘ ਨੇ ਫਿਰ ਵੀ ਉਹਨਾਂ ਦੇ ਧਾਰਮਿਕ ਗ੍ਰੰਥਾਂ ਦਾ ਸਤਿਕਾਰ ਕੀਤਾ। ਅਸਲੀ ਧਰਮੀ ਸਨ ਜੀ। ਸਤਿਗੁਰੂ ਜੀ ਨੇ ਉਹਨਾਂ ਤੇ ਵਿਸ਼ਵਾਸ ਕਰਕੇ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕੀਤਾ ਤੇ ਔਰੰਗਜ਼ੇਬ ਦੀਆਂ ਫੌਜਾਂ ਵੀ, ਪਹਾੜੀਆਂ ਦੀਆਂ ਫੌਜਾਂ ਵੀ ਚੜ੍ਹ ਕੇ ਆ ਗਈਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜ਼ਫਰਨਾਮਾ ਲਿਖਦੇ ਤੇ ਜ਼ਫਰਨਾਮੇ ਵਿੱਚ ਕਹਿੰਦੇ
ਕਿ ਪੈਮਾ ਸ਼ਿਕਨ ਬੇਦ ਰੰਗ ਆਮਦੰਦ ਮਾਇਆ ਤੇਗ ਤੀਰੋ ਤੁਫੰਗ ਆਮਦੰਦ। ਤੁਸੀਂ ਕੁਰਾਨ ਦੀ ਕਸਮ ਖਾਧੀ ਸੀ, ਤੁਸੀਂ ਗਾਂ ਦੀ ਕਸਮ ਖਾਧੀ ਸੀ ਕਿ ਉਹ ਕਸਮ ਤੋੜ ਦਿੱਤੀ। ਤੀਰਾਂ ਨਾਲ, ਤੁਫੰਗਾਂ ਨਾਲ, ਬੰਦੂਕਾਂ ਨਾਲ ਹਮਲਾ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਔਰੰਗਜ਼ੇਬ ਨੂੰ ਕਹਿੰਦੇ ਕਿ ਹਮੂ ਮਰਦ ਬਾਇਦ ਸ਼ਬਦ ਸੁਖ ਨਵਰ ਨਾ ਸ਼ਿਕਮੇ ਦਿਗਰ ਦਰ ਦਿਹਾਨੇ ਦਿਗਰ। ਕਹਿੰਦੇ ਮਰਦ ਉਹ ਹੈ ਜਿਹਦੇ ਅੰਦਰ ਵੀ ਉਹ ਹੋਵੇ ਤੇ ਮੂੰਹ ਤੋਂ ਵੀ ਉਹੀ ਬੋਲੇ, ਜਿਹਨੂੰ ਬਾਣੀ ਕਹਿੰਦੀ ਹੈ ਦਿਲੋਂ ਮੁਹੱਬਤ ਜਿਨ ਸਈ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਜਿਨ੍ਹਾਂ ਦੇ ਅੰਦਰ ਕੁਝ ਹੋਰ ਚੱਲਦਾ ਤੇ ਬਾਹਰੋਂ ਕੁਝ ਹੋਰ ਬੋਲਦੇ ਆ, ਉਹ ਵਾਹਿਗੁਰੂ ਦੇ ਦਰਬਾਰ ਵਿੱਚ ਪ੍ਰਵਾਨ ਨਹੀਂ ਹੈਗੇ। ਸੰਗਤ ਜੀ, ਬਾਹਰੋਂ ਕੁਝ ਹੋਰ ਬੋਲਣਾ, ਅੰਦਰ ਕੁਝ ਹੋਰ ਚੱਲਣਾ। ਗੁਰੂ ਸਾਹਿਬ ਜੀ ਅੱਜ ਉਸ ਦਾ ਜ਼ਿਕਰ ਕਰ ਰਹੇ ਆ ਸ਼ਬਦ ਵਿੱਚ ਕਿ ਅੰਤਰ ਬਿਖ ਅੰਦਰ ਜ਼ਹਿਰ ਹੈ, ਮੁਖ ਅੰਮ੍ਰਿਤ ਸੁਣਾਵੇ। ਮੁਖ ਤੋਂ ਅੰਮ੍ਰਿਤ ਭਰੀਆਂ ਗੱਲਾਂ ਸੁਣਾਉਂਦਾ, ਮਿੱਠੀਆਂ ਗੱਲਾਂ ਕਰਦਾ ਔਰੰਗਜ਼ੇਬ ਵਾਂਗ, ਪਹਾੜੀ ਰਾਜਿਆਂ ਵਾਂਗ। ਤੇ ਜਿਹੜਾ ਸੱਚਾ ਧਰਮੀ ਸੀ ਉਹਨੇ ਕਹਿ ਦਿੱਤਾ ਕਿ ਨਾ ਈਮਾ ਪਰਸਤੀ ਨਾ ਔਜ਼ਾਏ ਦੀ ਨਾ ਸਾਹਿਬ ਸਨਾਸ਼ੀ ਨਾ ਮੁਹੰਮਦ ਯਕੀਨ। ਐ ਔਰੰਗਜ਼ੇਬ, ਤੈਨੂੰ ਮੁਹੰਮਦ ਸਾਹਿਬ ਤੇ ਯਕੀਨ ਨਹੀਂ ਹੈਗਾ, ਨਾ ਤੈਨੂੰ ਕੁਰਾਨ ਤੇ ਯਕੀਨ ਹੈਗਾ। ਜੇ ਕੁਰਾਨ ਦੀ ਕਸਮ ਖਾਦੀ ਸੀ ਫਿਰ ਉਹਦੇ ਤੇ ਪੱਕਾ ਉਤਰਦਾ, ਆਪਣੇ ਕੌਲਾਂ ਤੇ ਪੂਰਾ ਉਤਰਦਾ। ਬਦਬਖਤੋਂ ਨੇ ਜੋ ਵਾਦਾ ਕੀਆ ਥਾ ਬਿਸਰ ਗਏ, ਨਾ ਮਰਦ ਕੌਲ ਕਰਕੇ ਜ਼ੁਬਾਨ ਸੇ ਮੁਕਰ ਗਏ। ਕੌਲ ਕੀਤਾ ਸੀ ਹਮਲਾ ਨਹੀਂ ਕਰਾਂਗੇ ਤੇ ਸੰਗਤ ਜੀ ਉਹਨੂੰ ਭੁਲਾ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਤੇ ਹਮਲਾ ਕਰ ਦਿੱਤਾ ਤੇ ਸਤਿਗੁਰੂ ਨੇ ਫਿਰ ਉਹਨੂੰ ਕਿਹਾ, ਐ ਔਰੰਗਜ਼ੇਬ ਨਾ ਜੇਬਦ ਤੁਰਾ ਨਾਮੇ ਔਰੰਗਜ਼ੇਬ ਕਿ ਔਰੰਗਜ਼ੇਬ ਨਾ ਆਇਦ ਫਰੇਬ। ਫਰੇਬੀ ਨੂੰ, ਛਲੀ ਨੂੰ, ਮਕਾਰੀ ਨੂੰ ਔਰੰਗਜ਼ੇਬ ਨਾਮ ਸ਼ੋਭਾ ਨਹੀਂ ਦਿੰਦਾ, ਕਿਉਂਕਿ ਔਰੰਗਜ਼ੇਬ ਦਾ ਅਰਥ ਹੁੰਦਾ ਤਖਤ ਦੀ ਸ਼ਾਨ। ਤੂੰ ਤਖਤ ਦੀ ਸ਼ਾਨ ਨਹੀਂ, ਤਖਤ ਲਈ ਕਲੰਕ ਹੈ। ਜਿਨਨੇ ਪਿਤਾ ਨੂੰ ਕੈਦ ਕੀਤਾ, ਭਰਾਵਾਂ ਨੂੰ ਮਾਰਿਆ, ਬੱਚੀ ਨੂੰ ਕੈਦ ਕੀਤਾ, ਉਹ ਤਖਤ ਦੀ ਸ਼ਾਨ ਨਹੀਂ ਹੋ ਸਕਦਾ, ਉਹ ਤਖਤ ਲਈ ਕਲੰਕ ਹੈ। ਗੁਰੂ ਅਰਜਨ ਸਾਹਿਬ ਜੀ ਸਮਝਾ ਰਹੇ ਆ, ਅੰਤਰ ਬਿਖ ਮੁਖ ਅੰਮ੍ਰਿਤ ਸੁਨਾਵੈ, ਜਮਪੁਰ ਬਾਧਾ ਚੋਟਾ ਖਾਵੈ। ਜਿਹਦਾ ਇਸ ਤਰ੍ਹਾਂ ਦਾ ਜੀਵਨ ਹੈ ਉਹ ਵਿਕਾਰਾਂ ਦੇ ਵਿੱਚ ਬਚਾ ਹੋਇਆ ਚੋਟਾਂ ਹੀ ਖਾਂਦਾ ਹੈ। ਪਰਮਾਤਮਾ ਦੇ ਦਰਬਾਰ ਵਿੱਚ ਉਹਨੂੰ ਸਜ਼ਾ ਹੀ ਮਿਲਦੀ ਹੈ। ਅਨਕ ਪੜਦੇ ਮਹਿ ਕਮਾਵੈ ਵਿਕਾਰ। ਅਨੇਕਾਂ ਪੜਦਿਆਂ ਦੇ ਵਿੱਚ ਮਨੁੱਖ ਵਿਕਾਰ ਕਮਾਉਂਦਾ। ਸਾਧ ਸੰਗਤ ਜੀ, ਦੇ ਕਵਾੜ ਅਣਕ ਪੜਦੇ ਮੈਂ ਪਰਦਾਰਾ ਸੰਗ ਫਾਕੇ, ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਢਾਕੇ। ਜਿਹੜੇ ਵੀ ਅੰਦਰ ਅਸੀਂ ਵਿਕਾਰ ਕਰਦੇ ਆਂ, ਪਰਮਾਤਮਾ ਸਾਡੇ ਅੰਦਰ ਦੇ ਵਿਕਾਰਾਂ ਨੂੰ ਜਾਣਦਾ ਹੈ, ਕਿਉਂਕਿ ਉਹਦੇ ਬਾਰੇ ਆਪਾਂ ਪੜ੍ਹਦੇ ਆਂ ਕਿ ਉਹ ਚੰਗੇ ਨੂੰ ਵੀ ਜਾਣਦਾ ਹੈ, ਮੰਦੇ ਨੂੰ ਵੀ ਜਾਣਦਾ ਹੈ। ਕੱਢ ਕੱਢ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਸਤਿਗੁਰੂ ਜੀ ਅੱਗੇ ਸਮਝਾ ਰਹੇ ਨੇ, ਖਿਨ ਮੈਂ ਪ੍ਰਗਟ ਹੋਏ ਸੰਸਾਰ। ਜਿਹੜੇ ਵੀ ਇਹ ਵਿਕਾਰ ਕਰਦੇ ਨੇ, ਖਿਨ ਸੈਕੰਡ ਦੇ ਵਿੱਚ ਸੰਸਾਰ ਦੇ ਅੰਦਰ ਪ੍ਰਗਟ ਹੋ ਜਾਂਦੇ ਆ। ਆ ਹਰਿਆਣੇ ਦੇ ਦੋ ਬਾਬੇ ਜੇਲ੍ਹ ਵਿੱਚ ਬੈਠੇ ਆ, ਕਿੰਨੇ ਅੰਦਰ ਵਿਕਾਰ ਕੀਤੇ ਜੀ। ਅੱਜ ਭਾਵੇਂ ਸੰਸਾਰਕ ਅਦਾਲਤਾਂ ਉਹਨਾਂ ਨੂੰ ਪਰੋਲ ਤੇ ਭੇਜ ਰਹੀਆਂ, ਪਰ ਪਰਮਾਤਮਾ ਦੀ ਅਦਾਲਤ ਇਹੋ ਜਿਹੀ ਆ ਕਿ ਉੱਥੇ ਨਿਬੇੜਾ ਸੱਚ ਦੇ ਆਧਾਰ ਤੇ ਹੋਣਾ। ਇੱਥੇ ਤੇ ਮਾਇਆ ਦੇ ਕੇ ਆਪਣੇ ਪ੍ਰਭਾਵ ਨਾਲ, ਵੋਟਾਂ ਦੇ ਨਾਲ ਸਰਕਾਰ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ, ਪਰ ਸੱਚੀ ਸਰਕਾਰ ਦੇ ਨਿਬੇੜਾ ਸੱਚ ਦੇ ਆਧਾਰ ਤੇ ਹੋਣਾ ਜੀ। ਸਤਿਗੁਰੂ ਜੀ ਸਮਝਾ ਰਹੇ ਆ,
ਅੰਤਰ ਸਾਚ ਨਾਮ ਰਸ ਰਾਤਾ। ਜਿਨ੍ਹਾਂ ਦਾ ਅੰਦਰ ਸੱਚ ਨਾਲ ਜੁੜ ਗਿਆ, ਜਿਨ੍ਹਾਂ ਦਾ ਅੰਦਰ ਨਾਮ ਨਾਲ ਜੁੜ ਗਿਆ, ਉਹਨਾਂ ਦਾ ਜੀਵਨ ਕੀ ਹੈ ਜੀ? ਨਾਨਕ ਤਿਸ ਕਿਰਪਾਲ ਵਿਧਾਤਾ। ਉਹਨਾਂ ਤੇ ਸਿਰਜਣਹਾਰ ਪ੍ਰਮਾਤਮਾ ਜੀ ਕਿਰਪਾਲੂ ਨੇ, ਦਇਆਲੂ ਨੇ, ਜਿਹੜੇ ਅੰਦਰੋਂ ਜੁੜੇ ਆ, ਜਿਹੜੇ ਵਿਖਾਵਾ ਨਹੀਂ ਕਰਦੇ, ਜਿਹੜੇ ਛਲ ਨਹੀਂ ਕਰਦੇ, ਜਿਹੜੇ ਫਰੇਬ ਨਹੀਂ ਕਰਦੇ, ਜਿਹੜੇ ਧੋਖਾ ਨਹੀਂ ਕਰਦੇ। ਕਈ ਆਤਮਾ ਐਸੀਆਂ ਵੀ ਆ ਜਿਹੜੀਆਂ ਅੰਦਰੋਂ ਜੁੜੀਆਂ ਹੋਈਆਂ। ਜਗ ਮੈਂ ਉੱਤਮ ਕੱਢੀਏ ਵਿਰਲੇ ਕਈ ਕੇ, ਹੈਨ ਵਿਰਲੇ, ਉਹ ਘੱਟ ਨੇ ਜਿਹੜੇ ਅੰਦਰੋਂ ਜੁੜੇ ਆ, ਵਿਖਾਵਾ ਨਹੀਂ ਕਰਦੇ। ਤੇ ਸਤਿਗੁਰ ਦੀ ਬਾਣੀ ਸਾਨੂੰ ਸਚਿਆਰ ਬਣਾਉਂਦਿਆਂ, ਨਾਮ ਦੇ ਵਿੱਚ ਜੋੜਦਿਆਂ ਸਮਝਾਉਂਦੀ ਹੈ। ਰੋਜ਼ ਆਸਾ ਦੀ ਵਾਰ ਵਿੱਚ ਆਪਾਂ ਸੁਣਦੇ ਹਾਂ ਜੀ ਕਿ ਸੱਚ ਤਾਂ ਪਰ ਜਾਣੀਏ ਜਾਂ ਹਿਰਦੇ ਸੱਚਾ ਹੋਏ। ਜੇ ਹਿਰਦਾ ਸੱਚਾ ਹੈ ਤਾਂ ਹੀ ਅੰਦਰ ਸਚਿਆਰ ਵਾਹਿਗੁਰੂ ਬੈਠ ਸਕਦਾ ਹੈ। ਸੱਚ ਤਾਂ ਪਰ ਜਾਣੀਏ ਜਾਂ ਹਿਰਦੇ ਸੱਚਾ ਹੋਏ। ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਧੋਏ। ਜਿੰਨੀ ਕੂੜ ਦੀ ਮਲ ਹੈ, ਵਿਖਾਵੇ ਦੀ, ਧੋਖੇ ਦੀ, ਫਰੇਬੀ ਦੀ, ਛਲ ਦੀ, ਮਕਾਰੀ ਦੀ, ਸਾਰੀ ਉਤਰ ਜਾਂਦੀ ਹੈ। ਤਨ ਪਵਿੱਤਰ ਹੋ ਜਾਂਦਾ। ਤਨ ਪਵਿੱਤਰ ਕਿਵੇਂ ਹੁੰਦਾ? ਆ ਗਿਆਨ ਇੰਦਰੇ, ਆ ਜਿਹੜੇ ਅੱਖਾਂ, ਕੰਨ, ਨੱਕ, ਮੂੰਹ, ਇਹ ਵੀ ਪਵਿੱਤਰ ਹੋ ਜਾਂਦੇ ਆ। ਕਿਉਂਕਿ ਅੱਖਾਂ ਗੁਰੂ ਦਾ ਦਰਸ਼ਨ ਦੇਖਦੀਆਂ, ਕੰਨ ਗੁਰੂ ਦੀ ਵਡਿਆਈ ਸੁਣਦੇ ਆ, ਮੁਖ ਤੋਂ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ। ਇਹ ਸਾਰੇ ਗਿਆਨ ਇੰਦਰੇ ਵੀ ਪਵਿੱਤਰ ਹੋ ਜਾਂਦੇ ਆ, ਤਨ ਵੀ ਪਵਿੱਤਰ ਹੋ ਜਾਂਦਾ। ਸੰਗਤ ਜੀ, ਅੱਜ ਦਾ ਸ਼ਬਦ ਸਾਨੂੰ ਸਮਝਾ ਰਿਹਾ ਕਿ ਵਿਖਾਵਾ ਨਾ ਕਰੀਏ। ਅੰਦਰ ਦਾ ਜੀਵਨ ਕੋਈ ਹੋਰ ਨਾ ਹੋਵੇ, ਬਾਹਰ ਦਾ ਕੋਈ ਹੋਰ ਨਾ ਹੋਵੇ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਸਾਡੀ ਐਸੀ ਹੀ ਤਿਆਰੀ ਕਰਾਈ ਹੈ। ਜਦੋਂ ਆਪਾਂ ਸਵਈਆਂ ਦਾ ਪਾਠ ਕਰਦੇ ਹਾਂ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਸਮਝਾਉਂਦੇ ਆ ਕਿ ਕਹਾਂ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ ਬਕ ਧਿਆਨ ਲਗਾਇਓ। ਭਾਈ ਬਗਲੇ ਵਾਲੀ ਧਿਆਨ ਨਹੀਂ ਲਾਉਣਾ, ਬਗਲੇ ਵਾਲੀ ਸਮਾਧੀ ਨਹੀਂ ਲਾਉਣੀ, ਅੱਖਾਂ ਮੀਟ ਕੇ ਬਹਿ ਜਾਣਾ ਕਿ ਲੋਕੀ ਵਾਹ ਵਾਹ ਕਰਨ ਨਾ। ਲੋਕੀ ਲੁਕਾਈ ਦੀ ਵਾਹ ਵਾਹ ਨਹੀਂ, ਗੁਰੂ ਦੀ ਪ੍ਰਸੰਨਤਾ, ਗੁਰੂ ਦੀ ਮਿਹਰ, ਗੁਰੂ ਦੀ ਨਜ਼ਰ ਲੈਣੀ ਆ, ਵਿਖਾਵਾ ਨਹੀਂ ਕਰਨਾ। ਸਤਿਗੁਰੂ ਜੀ ਕਿਰਪਾ ਕਰਨ, ਐਸਾ ਜੀਵਨ ਸਾਡਾ ਸਾਰਿਆਂ ਦਾ ਬਣ ਜਾਵੇ। ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਸ਼ੁਮਾਰ ਭੁੱਲਾਂ ਆਪ ਜੀ ਨੇ ਖਿਮਾ ਕਰ ਦੇਣੀਆਂ। ਸਾਰੀਆਂ ਸੰਗਤਾਂ ਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਆ ਰਿਹਾ ਹੈ ਜੀ, 29 ਅਕਤੂਬਰ ਤੇ 30 ਅਕਤੂਬਰ। ਮੈਂ ਬੇਨਤੀ ਕਰਾਂਗਾ ਗੁਰੂ ਰਾਮਦਾਸ ਦੇ ਦਰ ਦਾ ਸੇਵਕ ਹੋਣ ਨਾਤੇ ਕਿ ਆਪ ਜੀ ਆਇਓ ਸੱਚਖੰਡ ਸ੍ਰੀ ਹਰਮੰਦਰ ਸਾਹਿਬ। 29 ਅਕਤੂਬਰ ਨੂੰ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਸਮਾਗਮ ਹੈ, ਰਾਗ ਦਰਬਾਰ। ਗੁਰੂ ਰਾਮਦਾਸ ਜੀ ਨੇ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ। ਉਹ ਰਾਗ ਦਰਬਾਰ ਸੁਣਨ ਲਈ ਦੇਸ਼ ਵਿਦੇਸ਼ ਤੋਂ ਸੰਗਤ ਪਹੁੰਚਦੀ ਹੈ। ਆਪ ਜੀ ਆਇਓ ਜੀ। 30 ਅਕਤੂਬਰ ਨੂੰ ਸਾਰਾ ਦਿਨ ਹੀ ਗੁਰਮਤਿ ਸਮਾਗਮ ਚੱਲਣਿਆ, ਉਹਦੇ ਵਿੱਚ ਵੀ ਹਾਜ਼ਰੀਆਂ ਭਰਿਓ। ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।